ਭਾਰਤ ਦਾ ਜਿਹੜਾ ਬਹੁਤ ਸਾਰਾ ਕੈਪੀਟਲ ਜਿਹੜਾ ਸੀਗਾ ਉਹ ਇਹਨਾਂ ਨੇ ਇਕੱਠਾ ਕਰਕੇ ਕੁਝ ਮੁੱਠੀ ਭਰ ਲੋਕਾਂ ਦੇ ਵਿੱਚ ਵੰਡ ਦਿੱਤਾ ਇਹਨਾਂ ਨੇ। ਬਹੁਤ ਵੱਡੀ ਇੰਪੋਰਟੈਂਟ ਗੱਲ ਹੈਗੀ ਹੈ ਕਿ ਜੇ ਅਸੀਂ ਸਰਕਾਰ ਤੋਂ ਹੀ ਪੈਸਾ ਲੈ ਕੇ ਕੰਪਨੀਆਂ ਚਲਾਉਣੀਆਂ ਨੇ ਫਿਰ ਨਿੱਜੀਕਰਨ ਕਿਉਂ? ਨਿੱਜੀਕਰਨ ਕਿਉਂ? 16-17 ਦੇ ਵਿੱਚ 1% ਲੋਕਾਂ ਦੇ ਕੋਲ 58% ਵੈਲਥ ਚਲੇ ਗਈ ਸਾਰੇ ਇੰਡੀਆ ਦੀ। ਮਿਡਲ ਕਲਾਸ ਨਹੀਂ ਹੁਣ। ਇੱਕ ਜਿਹੜਾ ਕਿਸੇ ਪ੍ਰਾਈਵੇਟ ਅਦਾਰੇ ਵਿੱਚ ਕੰਮ ਕਰਦਾ ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ ਉਹਨੂੰ 10,000 ਜਾਂ 11,000 ਦਿੰਦੇ, ਜ਼ਿਆਦਾ 12,000 ਦਿੰਦੇ। ਅਗਰ ਉਹੀ ਬੰਦਾ ਸਰਕਾਰ ਦੇ ਵਿੱਚ ਜਾਂਦਾ ਹੈਗਾ ਤੇ ਉਹਨੂੰ ਉੱਥੇ 50,000 ਰੁਪਈਆ ਮਿਲਣਾ, ਕਿਸੇ ਨੂੰ 60,000 ਮਿਲਣਾ, ਕਿਸੇ ਨੂੰ 80,000 ਮਿਲਣਾ। ਸੋ ਇਹ ਜਿਹੜਾ ਗੈਪ ਹੈ, ਅਗਰ ਪ੍ਰਾਈਵੇਟੇਸ਼ਨ ਵਧੀ ਆ ਤੇ ਇਹ ਲੋਕਾਂ ਦਾ ਐਕਸਪਲੋਇਟੇਸ਼ਨ ਕਰਕੇ ਪੇ ਦੇ ਵਿੱਚੋਂ ਐਕਸਪਲੋਇਟੇਸ਼ਨ ਕੀਤੀ ਇਹਨਾਂ ਨੇ। ਜਿੱਥੇ ਉਹਨਾਂ ਨੇ ਸਰਕਾਰ ਨੇ ਇੱਕ ਬੰਦਾ, ਇਹਨਾਂ ਨੇ ਉੱਥੇ 10 ਬੰਦੇ ਰੱਖ ਲਏ। ਇੱਕ ਜਿਹੜਾ ਬੱਚਾ ਜਿਹੜਾ ਪਹਿਲਾਂ ਸਰਕਾਰੀ ਨੌਕਰੀ ਕਰਦਾ ਹੈਗਾ ਉਹ ਆਪਣੇ ਬੱਚਿਆਂ ਨੂੰ ਪੜ੍ਹਾ ਵੀ ਸਕਦਾ, ਉਹਨੇ ਮਕਾਨ ਵੀ ਲੈਣਾ, ਉਹਨੇ ਰਹਿਣਾ ਵੀ ਆ, ਆਪਣੇ ਮਾਂ ਪਿਓ ਦੀ ਵੀ ਸੇਵਾ ਕਰਨੀ ਆ ਉਹਨੇ। 10,000 ਵਾਲਾ ਕੀ ਕਰੂਗਾ? ਵੀ ਜਿੰਨਾ NPA ਵੱਧ ਗਿਆ ਇਹਨੂੰ ਹੁਣ ਮਾਫ ਕਰਨਾ ਸ਼ੁਰੂ ਕਰ ਦਿਓ। ਸਰਕਾਰੀ ਹੈ, ਕਿਹੜਾ ਸਾਡੇ ਜੇਬ 'ਚੋਂ ਗਿਆ ਹੈਗਾ? ਸਰਕਾਰ ਦਾ ਪੈਸਾ ਨਹੀਂ, 135 ਕਰੋੜ ਲੋਕਾਂ ਦਾ ਪੈਸਾ। ਬਜਾਏ ਆਹ ਜਿਹੜੇ ਨਾ ਛੋਟੇ ਮੋਟੇ ਕੰਮ ਲੈ ਵੀ ਹਿੰਦੂ ਮੁਸਲਮਾਨ ਦੇ ਝਗੜਿਆਂ 'ਚ ਪੈਣ ਨਾਲੋਂ ਜਿਹੜਾ ਦੇਸ਼ ਨੂੰ ਬਰਬਾਦ ਕਰ ਰਹੇ ਆ ਉਹ ਦੇਖੋ ਕੌਣ ਕਰ ਰਿਹਾ। GDP ਡਾਊਨ ਜਾ ਰਹੀ ਹੈ। ਇਹ ਬੈਂਕਾਂ ਦਾ ਜਿਹੜਾ ਕਰਜ਼ਾ ਮਾਫ ਹੋ ਰਿਹਾ, ਕਿਹਦਾ ਮਾਫ ਹੋਇਆ? ਤੁਹਾਨੂੰ ਮੈਂ ਵੀ ਕੀ ਕਰਾਂਗਾ, ਆਪਣੀ ਕੰਪਨੀ ਫਾਇਦੇ ਚਲਾਉਂਦੇ ਆ, ਦੂਜੀ ਘਾਟੇ 'ਚ ਖੋਲ ਲਈ, ਫਿਰ ਉਹਨੂੰ ਡਬੋ ਕੇ ਕਹਿਤਾ ਵੀ ਇਹੀ ਕੰਪਨੀ ਜ਼ਿੰਮੇਵਾਰ ਸੀ। ਹਾਂ ਤਾਂ ਬੰਦਾ ਜ਼ਿੰਮੇਵਾਰ ਹੈ ਨਾ। ਇਹ ਟੋਟਲ 3 ਸਾਲਾਂ ਦੇ ਵਿੱਚ ਹੀ 69,755 ਕਰੋੜ ਦੇ BTech ਕਰਕੇ MTech ਕਰਕੇ ਉਹ 10-10 12-12 ਹਜ਼ਾਰ ਦੇ ਉੱਤੇ ਇਹਨਾਂ ਪ੍ਰਾਈਵੇਟ ਹਾਊਸਿਸ ਨੇ ਰੱਖੇ ਆ ਜਿਹੜੇ, ਉਹਨਾਂ ਨੂੰ ਦੇਖ ਕੇ ਪਲਾਈਟ ਦੇ ਉਹਨਾਂ ਦੇ ਉੱਤੇ ਤਰਸ ਆਉਂਦਾ। ਸੋ ਜਿੰਨੀ ਦੇਰ ਤੱਕ ਅਸੀਂ ਇਹ ਪ੍ਰਾਈਵੇਟੇਸ਼ਨ ਨੂੰ ਬੰਦ ਨਹੀਂ ਕਰਦੇ, ਸਰਕਾਰੀ ਨੌਕਰੀਆਂ ਦਾ ਦਰਵਾਜ਼ਾ ਨਹੀਂ ਖੋਲ੍ਹਦੇ, ਉਨੀ ਦੇਰ ਤੱਕ ਸਾਡੇ ਦੇਸ਼ ਦਾ ਜਿਹੜਾ ਭਲਾ ਹੋਣ ਵਾਲਾ ਨਹੀਂ ਹੈ। ਕਾਤਲ ਹੀ ਮੁਹਾਫਿਜ਼ ਹੈ, ਕਾਤਲ ਹੀ ਸਿਪਾਹੀ ਹੈ, ਪੱਥਰ ਕੀ ਅਦਾਲਤ ਵਿੱਚ ਸ਼ੀਸ਼ੇ ਕੀ ਗਵਾਹੀ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ TV ਪੰਜਾਬ, ਮੈਂ ਤੁਹਾਡਾ ਨਾਲ ਜਸਪ੍ਰੀਤ ਸਿੰਘ ਆਸ਼ਕ। ਲਗਾਤਾਰ ਇਹ ਮੁੱਦਾ ਉੱਠ ਰਿਹਾ ਹੈ ਕਿ ਵੱਡੇ ਘਰਾਣਿਆਂ ਦੇ ਲੋਨ ਨੇ ਜਿਹੜੇ ਉਹ ਮਾਫ ਕੀਤੇ ਜਾ ਰਹੇ ਨੇ। ਵੱਡੀਆਂ ਅਮਾਊਂਟਾਂ ਨੂੰ ਇਗਨੋਰ ਕਰ ਦਿੱਤਾ ਜਾਂਦਾ ਹੈ ਸਾਡੇ ਦੇਸ਼ ਦੀ ਸਰਕਾਰ ਵੱਲੋਂ, ਜਦੋਂ ਕਿ ਸਾਡੇ ਕਿਸਾਨ ਵੀਰ ਨੇ ਜਿਹੜੇ ਛੋਟੇ ਅਮਾਊਂਟਾਂ ਲਈ ਖੁਦਕੁਸ਼ੀਆਂ ਤੱਕ ਕਰ ਰਹੇ ਨੇ। ਅਸਰ ਨਿੱਜੀਕਰਨ ਦਾ ਵੀ ਹੈ ਕਿ ਨਿੱਜੀਕਰਨ ਜਦ ਹੋਣ ਲੱਗ ਗਿਆ ਭਾਰਤ ਦੇ ਵਿੱਚ, ਜਦ ਅਸੀਂ ਭਾਰਤ ਦੀਆਂ ਕੁੰਜੀਆਂ ਜਾਂ ਕਹੀਏ ਪੂਰੀ ਤਰ੍ਹਾਂ ਅਰਥ ਵਿਵਸਥਾ ਇੱਕ 2-4 ਬੰਦਿਆਂ ਦੇ ਹੱਥ ਦੇਣ ਨੂੰ ਤਿਆਰ ਹੋਏ ਆ, ਤਾਂ ਸੋਚੋ ਕਿ ਸਾਡੇ ਭਾਰਤ ਦਾ ਹੋਵੇਗਾ ਕੀ, ਸਾਡਾ ਹੋਵੇਗਾ ਕੀ। ਇਸ ਦਾ ਅਸਰ ਲੋਅਰ ਕਲਾਸ 'ਤੇ ਪੈ ਰਿਹਾ, ਇਸ ਦਾ ਅਸਰ ਉਹਨਾਂ ਆਮ ਗਰੀਬ ਲੋਕਾਂ 'ਤੇ ਪੈ ਰਿਹਾ ਹੈ ਜਿਹੜੇ ਕਿ ਇੱਕ ਟਾਈਮ ਦੀ ਰੋਟੀ ਖਾਣ ਨੂੰ ਜਿਹੜੇ ਤਰਸਦੇ ਨੇ। ਉਹਨਾਂ ਲੋਕਾਂ ਲਈ ਫਾਈਟ ਕਰਨ ਵਾਲੇ DR ਪੌਲ ਸਾਹਿਬ ਅੱਜ ਸਾਡੇ ਨਾਲ ਨੇ, ਜਿਹੜੇ ਕਿ ਪਿੱਛੇ ਜਦ ਡਾਕਟਰ ਅੰਬੇਦਕਰ ਸੰਯੁਕਤ ਸੰਘਰਸ਼ਿਕ ਮੋਰਚਾ ਬਣਿਆ ਸੀਗਾ, ਜਿਹੜਾ ਫਾਈਟ ਕਰ ਰਿਹਾ SC BC OBC ST ਵਾਸਤੇ, ਉਹਨਾਂ ਦੇ ਇਹ ਜਨਰਲ ਸੈਕਟਰੀ ਵੀ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਪੂਰੀ ਡਿਟੇਲ ਆ ਉਹਨਾਂ ਕੋਲ ਕਿ ਕਿਹੜਾ ਬੰਦਾ ਕਿਵੇਂ ਫਰਾਡ ਕਰ ਗਿਆ, ਕਿੰਨਾ ਕੁ ਫਰਾਡ ਹੈ, ਕਿੰਨਾ ਕੁ ਬੈਂਕ ਦਾ ਵਿੱਚ ਅਸੀਂ ਜਿਹੜਾ ਆ ਸਾਡਾ ਆਪਣਾ ਪੈਸਾ ਅਸੀਂ ਇਹਨਾਂ ਅਮੀਰਾਂ ਕੋਲ ਲੁਟਾ ਚੁੱਕੇ ਹਾਂ। ਸੋ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਪੌਲ ਸਾਹਿਬ, ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਵੈਰੀ ਮੱਚ। ਬਹੁਤ ਤੁਹਾਡਾ ਧੰਨਵਾਦ। ਤੁਸੀਂ ਸਾਨੂੰ ਇਸ ਬੜੇ ਜਿਹੜਾ ਕਿ 135 ਕਰੋੜ ਆਬਾਦੀ ਜਿਹੜੀ ਸਾਡੇ ਭਾਰਤ ਦੀ ਹੈ ਉਹਨਾਂ ਨਾਲ ਸੰਬੰਧਿਤ ਮੋਰਚੇ ਦੇ ਉੱਤੇ ਤੁਸੀਂ ਇਹ ਗੱਲ ਕਰ ਰਹੇ ਹੋ, ਇਹ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਂ ਤੁਹਾਡਾ ਸਾਂਝੀ ਕਰ ਰਿਹਾ ਹੈਗਾ। ਤੁਸੀਂ ਵੀ ਲੰਬੇ ਸਮੇਂ ਤੋਂ ਇਹ ਸੰਘਰਸ਼ ਕਰ ਰਹੇ ਹੋ, ਲੰਬੇ ਸਮੇਂ ਤੋਂ ਆਵਾਜ਼ ਚੱਕ ਰਹੇ ਹੋ। ਸਭ ਤੋਂ ਪਹਿਲਾਂ ਗੱਲ ਨਿੱਜੀਕਰਨ ਤੋਂ ਹੀ ਆਪਾਂ ਸ਼ੁਰੂ ਕਰ ਲੈਂਦੇ ਹਾਂ। ਹਾਲਾਂਕਿ ਬੈਂਕ ਦਾ ਵੱਡਾ ਮਾਮਲਾ ਹੈ, ਫਰਾਡ ਦਾ ਵੱਡਾ ਮਾਮਲਾ ਆ, ਪਰ ਜੇ ਨਿੱਜੀਕਰਨ ਤੋਂ ਵੀ ਪਹਿਲਾਂ ਜਾਈਏ ਤਾਂ ਹੁਣ ਅੱਜ ਕੱਲ੍ਹ ਜਿਹੜੇ ਲੰਬੇ ਵੱਡੇ ਮੋਟੀਆਂ ਅਮਾਊਂਟਾਂ ਵਾਲੇ ਲੋਨ ਲੱਤੇ ਹੋਏ ਸੀਗੇ ਇਹਨਾਂ ਘਰਾਣਿਆਂ ਨੇ, ਕੁਝ ਕੁ ਘਰਾਣਿਆਂ ਨੇ, ਉਹਨਾਂ ਨੂੰ ਮਾਫ ਕਰ ਦੇਣਾ, ਉਹਨੂੰ ਕਿਸ ਤਰੀਕੇ ਨਾਲ ਦੇਖਦੇ ਆ? ਮੈਂ ਤੁਹਾਨੂੰ ਇਹ ਜਿਹੜੀ ਗੱਲ ਹੈ 1990 ਦੇ ਦਸ਼ਕ ਵਿੱਚ ਲੈ ਕੇ ਜਾਵਾਂਗਾ, ਜਦੋਂ ਕਿ ਨਰਸਿਮਹਾ ਰਾਓ ਜੀ ਪ੍ਰਾਈਮ ਮਿਨਿਸਟਰ ਸਨ ਭਾਰਤ ਦੇ, ਔਰ ਸਰਦਾਰ ਡਾਕਟਰ ਮਨਮੋਹਨ ਸਿੰਘ ਜੀ ਜਿਹੜੇ ਫਾਈਨੈਂਸ ਮਿਨਿਸਟਰ ਸਨ। ਇਹਨਾਂ ਨੇ ਬਾਹਰਲੇ ਦੇਸ਼ਾਂ ਤੋਂ ਜਿਹੜੇ ਕਿ ਯੂਰਪੀਅਨ ਕੰਟਰੀ ਔਰ ਵੈਸਟਰਨ ਕੰਟਰੀ ਜਿਹੜੇ ਹੈ, ਉਹਨਾਂ ਦੀ ਜਿਹੜੀ ਇਕਨੋਮਿਕ ਪਾਲਿਸੀ ਸੀ ਉਹਨੂੰ ਜਿਹੜੀ ਪਹਿਲਾਂ ਚੱਲ ਰਹੀ ਸੀ ਉੱਥੇ, ਉਸ ਪਾਲਿਸੀ ਨੂੰ ਲਿਆ ਕੇ ਉਹਨਾਂ ਨੇ ਇੰਡੀਆ ਦੇ ਵਿੱਚ ਲਾਗੂ ਕੀਤਾ ਔਰ ਇਹਦਾ ਨਾਂ ਦਿੱਤਾ ਉਹਨਾਂ ਨਿਊ ਇਕਨੋਮਿਕ ਪਾਲਿਸੀ। ਜਦੋਂ ਕਿ ਉਹ ਜਿਹੜੇ ਦੇਸ਼ ਸੀਗੇ, ਬਾਕੀ ਜਿੰਨੇ ਵੀ ਵੈਸਟਰਨ ਕੰਟਰੀ ਦੇ ਦੇਸ਼ ਸੀਗੇ 1990 ਦੇ ਵਿੱਚ, ਉਹ ਸਾਡੇ ਕੋਲੋਂ ਕਿਤੇ ਹੀ ਬਹੁਤ ਅੱਗੇ ਸਨ। ਹਰ ਤਰ੍ਹਾਂ ਦੇ ਵਿੱਚ, ਸੱਭਿਅਤਾ ਦੇ ਵਿੱਚ, ਕਲਚਰ ਦੇ ਵਿੱਚ, ਇਕਨੋਮਿਕਲੀ ਉਹ ਸਾਰੇ ਬਹੁਤ ਅੱਗੇ ਸਨ। ਪਰ ਸਾਡੇ ਦੇਸ਼ ਦੇ ਵਿੱਚ ਉਸ ਵੇਲੇ 1990 ਦੇ ਵਿੱਚ ਅਸੀਂ ਜੂਝ ਰਹੇ ਸਾਂ। ਉਸ ਵਕਤ ਨੰਬਰ 1 ਗਰੀਬੀ ਨਾਲ ਅਸੀਂ ਜੂਝ ਰਹੇ ਸਾਂ, ਉਸ ਵੇਲੇ ਵਿਤਕਰੇ ਦੇ ਨਾਲ, ਡਿਸਕ੍ਰਿਮੀਨੇਸ਼ਨ ਜਿਹੜੀ ਚੱਲ ਰਹੀ ਸੀਗੀ,
ਕਾਸਟ ਦੀ ਡਿਸਕ੍ਰਿਮੀਨੇਸ਼ਨ ਲੈ ਲਓ, ਕਲਾਸ ਦੀ ਡਿਸਕ੍ਰਿਮੀਨੇਸ਼ਨ ਲੈ ਲਓ, ਜੈਂਡਰ ਦੀ ਡਿਸਕ੍ਰਿਮੀਨੇਸ਼ਨ ਲੈ ਲਓ। ਸਾਡੀਆਂ ਭੈਣਾਂ ਨੂੰ ਜਿਹੜੀਆਂ ਸੀ ਉਹਨਾਂ ਨੂੰ ਕਈਆਂ ਜਗ੍ਹਾ ਦੇ ਉੱਤੇ ਜਾਣ ਨਹੀਂ ਸੀ ਦਿੱਤਾ ਜਾਂਦਾ, ਤੇ ਉਹਨਾਂ ਨੇ ਬਾਕੀ ਹੋਰ ਕੀ ਵੇਲ ਕਰਨਾ ਸੀਗਾ। ਸੋ ਇਹ ਫਿਰ ਹੈਲਥ ਦਾ ਲੈ ਲਓ, ਹੈਲਥ ਦੇ ਵਿੱਚ ਇੰਨਾ ਸਾਡਾ ਬੁਰਾ ਹਾਲ ਸੀ ਕਿ ਲੋਕਾਂ ਨੂੰ ਆਪਣੇ ਦਵਾਈ ਦਾਰੂ ਤੋਂ ਬਗੈਰ ਹੀ ਡੈਥ ਹੋ ਜਾਂਦੀ ਸੀ ਉਹਨਾਂ ਦੀ। ਬੱਚਾ ਜੱਚਾ ਜਿਹੜਾ ਸੀ ਉਹ ਹੁਣ ਤੋਂ ਪਹਿਲਾਂ ਹੀ ਲੋਕਾਂ ਦੀਆਂ ਇੰਨੀਆਂ ਮੌਤਾਂ ਹੋਈਆਂ, ਤੁਸੀਂ ਪੁੱਛੋ ਨਾ ਕੋਈ। ਕੁਪੋਸ਼ਣ ਬਹੁਤ ਜ਼ਿਆਦਾ ਸੀ, ਔਰ ਹਰ ਜਗ੍ਹਾ ਦੇ ਉੱਤੇ ਇਹ ਚੱਲ ਰਿਹਾ ਸੀਗਾ ਕਿ ਅਸੀਂ ਕਰੀਏ ਤਾਂ ਕੀ ਕਰੀਏ। ਤੀਸਰੀ ਗੱਲ ਇਹਦੇ ਵਿੱਚ ਹੋਰ ਜਿਹੜੀ ਸੀ, ਇੰਡਸਟਰੀ ਦੀ ਮੈਂ ਗੱਲ ਕਰਾਂਗਾ। ਇੱਕ ਤਾਂ ਸੈਲਫ ਐਮਪਲੋਇਮੈਂਟ ਹੈ ਨਹੀਂ ਸੀ, ਦੂਸਰੀ ਇਹ ਸੀਗਾ ਕਿ ਸਾਡੀ ਸਮਾਲ ਸਕੇਲ ਇੰਡਸਟਰੀ ਖਤਮ ਹੋ ਗਈ। ਤੀਸਰੀ ਗੱਲ ਇਹ ਸੀ ਕਿ ਬੈਂਕਾਂ ਜਿਹੜੀਆਂ ਸੀਗੀਆਂ ਉਸ ਵੇਲੇ ਚਾਹੀਦਾ ਸੀ ਬੈਂਕਾਂ ਨੂੰ ਸਟਰੋਂਗ ਕੀਤਾ। ਇਹ ਪਹਿਲਾਂ ਨੈਸ਼ਨਲਾਈਜ਼ ਬੈਂਕਾਂ ਹੋ ਗਈਆਂ ਸੀ, ਅਤੇ ਸਾਡੀ ਗੌਰਮੈਂਟ ਨੂੰ ਇਹ ਚਾਹੀਦਾ ਸੀ ਕਿ ਬੈਂਕਾਂ ਦੇ ਵਿੱਚੋਂ ਜਿਹੜਾ ਲੋਨ ਹੈ ਉਹ ਸਾਰਿਆਂ ਨੂੰ ਉਪਲਬਧ ਹੋਵੇ। ਪਰ ਇਹਨਾਂ ਚੀਜ਼ਾਂ ਨੂੰ, ਜਿਹਨੂੰ ਅਸੀਂ ਕਹਿ ਸਕਦੇ ਲੈਵਲ ਪਲੇਇੰਗ ਫੀਲਡ ਇਹਨੂੰ ਕਹਿ ਸਕਦੇ ਹਾਂ ਅਸੀਂ, ਇਹ ਲੈਵਲ ਪਲੇਇੰਗ ਫੀਲਡ ਭਾਰਤ ਦੇ ਵਿੱਚ ਨਹੀਂ ਬਣਾਇਆ ਪਹਿਲਾਂ ਇਸ ਜਿਹੜੀ ਇਕਨੋਮਿਕ ਪਾਲਿਸੀ ਨੂੰ ਲਾਗੂ ਕਰਨ ਦੇ ਲਈ। ਇਹਦੇ 3 ਆਸਪੈਕਟ ਹੈਗੇ ਆ। ਨੰਬਰ 1 ਲਿਬਰਲਾਈਜੇਸ਼ਨ, ਨੰਬਰ 2 ਪ੍ਰਾਈਵੇਟਾਈਜੇਸ਼ਨ, ਨੰਬਰ 3 ਗਲੋਬਲਾਈਜੇਸ਼ਨ। ਇਹਨੂੰ ਸ਼ਾਰਟ ਦੇ ਵਿੱਚ LPG ਵੀ ਕਹਿ ਦਿੰਦੇ ਆ। ਔਰ ਇਹ LPG ਜਿਹੜੀ ਹੈ ਇੱਕ ਬੇਬੀ ਬਣ ਕੇ ਰਹਿ ਗਿਆ। ਕਿਹਦਾ L ਸਟੈਂਡ ਫਾਰ ਐਂਟਰਪ੍ਰੀਨਿਓਰ ਡਿਵੈਲਪਮੈਂਟ, ਕਰੋਨੀ। ਉਹਨਾਂ ਨੂੰ ਬਹੁਤ ਸਾਰੀਆਂ ਸਾਡੇ ਜਿਹੜੇ ਮੀਡੀਆ ਪਰਸਨ ਆ ਉਹਨਾਂ ਨੇ ਕਰੋਮੀ ਕੈਪੀਟਲਿਜ਼ਮ ਵੀ ਕਹਿਤਾ, ਕਰੋਨੀ ਕੈਪੀਟਲਿਜ਼ਮ। ਇੱਕ ਉਹ ਆ ਗਿਆ ਮੇਨ। ਦੂਸਰਾ ਪਾਵਰਫੁਲ ਪੋਲੀਟੀਸ਼ੀਅਨ ਜਿਹੜੇ ਹੈਗੇ ਆ ਉਹਦੇ ਵਿੱਚ ਆ ਗਏ। 3 ਦੇ ਉੱਤੇ ਆ ਗਏ ਸਾਡੇ ਬਿਊਰੋਕਰੇਟ ਜਿਹੜੇ ਆ, ਜਿਹਨੂੰ ਕਿ ਅਸੀਂ ਕਹਿੰਦੇ ਬਹੁਤ ਐਫੀਸ਼ੀਐਂਟ ਹੈਗੇ ਆ। ਇਹਨਾਂ ਤਿੰਨਾਂ ਦਾ ਨੈਕਸਸ ਇੱਦਾਂ ਬਣਿਆ, ਇਹਨਾਂ ਨੇ ਆਪਣੇ ਨੈਕਸਸ ਦੇ ਵਿੱਚ ਇਸ ਪ੍ਰਾਈਵੇਟੇਸ਼ਨ ਨੂੰ ਫਸਾ ਲਿਆ। ਜਿਹੜੇ ਬੰਦੇ ਕੋਈ ਪ੍ਰੋਜੈਕਟ ਨਵੇਂ ਚੱਲੇ ਆ, ਉਹ ਬਜਾਏ ਕਿਸੇ ਆਮ ਜਨਤਾ ਨੂੰ ਦੇਣ ਦੇ, ਬਜਾਏ ਗਵਰਨਮੈਂਟ ਤੋਂ ਚਲਾਉਣ ਦੇ, ਉਹ ਇਹਨਾਂ ਨੇ ਨਿੱਜੀ ਦੇ ਲੋਕਾਂ ਦੇ ਹੱਥਾਂ ਵਿੱਚ ਜਿਹੜੇ ਨਵੇਂ ਐਂਟਰਪ੍ਰੀਨਿਓਰ ਸੀਗੇ। ਉਹਦੇ ਨਾਲ ਕੀ ਹੋਇਆ ਕਿ ਸਰਕਾਰ ਦੀਆਂ ਨੌਕਰੀਆਂ ਜਿਹੜੀਆਂ ਉਹ ਸਾਰੀਆਂ ਸਿਕਿਉਰਡ ਹੋ ਗਈਆਂ। ਜਿਹੜੇ ਸਰਕਾਰ ਦੇ ਵਿੱਚ ਅਸੀਂ ਕਹਿੰਦੇ ਸਰਕਾਰ ਫੇਲ ਹੋ ਜਾਂਦੀ, ਨੋ, ਸਰਕਾਰ ਦੇ ਕੰਮ ਕੋਈ ਫੇਲ ਨਹੀਂ ਸੀਗੇ। ਸਰਕਾਰ ਦੇ ਵਿੱਚ ਕੋਈ ਇਨਐਫੀਸ਼ੀਐਂਸੀ ਨਹੀਂ ਸੀ। ਸਿਰਫ ਇਹਨਾਂ ਨੇ ਪ੍ਰਾਈਵੇਟੇਸ਼ਨ ਨੂੰ ਲਾਗੂ ਕਰਨ ਦੇ ਵਾਸਤੇ ਸਰਕਾਰ ਦੇ ਅਦਾਰਿਆਂ ਨੂੰ ਇਹਨਾਂ ਨੇ ਕਿਹਾ ਵੀ ਇਨਐਫੀਸ਼ੀਐਂਟ ਹੈਗੇ ਆ। ਹੁਣ ਜੇ ਤੁਸੀਂ ਦੇਖੀਏ, ਅਸੀਂ ਹੁਣ ਮਿਸਾਲ ਲਈਏ ਕਿ ਜਿਹੜੇ ਹੁਣ ਪ੍ਰਾਈਵੇਟ ਪ੍ਰੋਜੈਕਟ ਜਿਹੜੇ ਫੇਲ ਹੋ ਰਹੇ ਆ, ਫੇਲ ਹੋਣ ਦਾ ਮਕਸਦ ਬੜਾ ਕਲੀਅਰ ਹੈ। 11 ਲੱਖ ਕਰੋੜ ਰੁਪਈਆ ਜਿਹੜਾ ਮਾਫ ਕੀਤਾ, ਇਹ ਫੇਲਿਅਰ ਦਾ ਕਾਰਨ ਹੈ। ਫੇਲ ਕਿਉਂ ਹੁੰਦੇ ਆ? ਇਨਐਫੀਸ਼ੀਐਂਟ ਹੈ। ਫਿਰ ਅਸੀਂ ਹਾਊ ਵੀ ਕੈਨ ਸੇ ਦਿਸ ਵੀ ਜਿਹੜੇ ਸਰਕਾਰੀ ਅਦਾਰੇ ਜਿਹੜੇ ਹੈਗੇ ਆ ਉਹ ਇਨਐਫੀਸ਼ੀਐਂਟ ਹੈ ਅਤੇ ਪ੍ਰਾਈਵੇਟ ਜਿਹੜੇ ਅਦਾਰੇ ਹੈਗੇ ਉਹ ਜ਼ਿਆਦਾ ਐਫੀਸ਼ੀਐਂਟ ਹੈ। ਸੋ ਇਹ ਇੱਕ ਮਿਸਨਿਊਮਰ ਹੈ, ਜਿਹਦੇ ਨਾਲ ਕਿ ਇਹਨਾਂ ਨੇ ਭਾਰਤ ਦਾ ਜਿਹੜਾ ਬਹੁਤ ਸਾਰਾ ਕੈਪੀਟਲ ਜਿਹੜਾ ਸੀਗਾ ਉਹ ਇਹਨਾਂ ਨੇ ਇਕੱਠਾ ਕਰਕੇ ਕੁਝ ਮੁੱਠੀ ਭਰ ਲੋਕਾਂ ਦੇ ਵਿੱਚ ਵੰਡ ਦਿੱਤਾ ਇਹਨਾਂ ਨੇ। ਸੋ ਇਹਦੇ ਨਾਲ ਹੋਇਆ ਕੀ? ਇੰਪੋਰਟੈਂਟ ਦੇਖੋ ਕੀ ਹੋਇਆ ਇਹਦੇ ਨਾਲ। ਦੇਖੋ, ਇੱਕ ਤਾਂ ਲੌਪਸਾਈਡਡ ਡਿਵੈਲਪਮੈਂਟ ਹੋਈ। ਡਿਵੈਲਪਮੈਂਟ ਜਿਹੜੀ ਇੱਕ ਸਮੂਥ ਹੋਣੀ ਚਾਹੀਦੀ ਉਹ ਨਹੀਂ ਹੋਈ। ਲੌਪਸਾਈਡਡ, ਕਿਤੇ ਉੱਚਾ ਕਿਤੇ ਨੀਵਾਂ, ਕਿਤੇ ਉੱਚਾ ਕਿਤੇ ਨੀਵਾਂ। ਔਰ ਉਹਦੇ ਨਾਲ ਇਨਇਕੁਐਲਿਟੀ ਵੱਧ ਗਈ। ਕਿਸ ਚੀਜ਼ ਦੀ ਵੱਧ ਗਈ ਕਿ ਮਨੀ ਜਿਹੜੀ ਆ, ਕੰਸੈਂਟ੍ਰੇਸ਼ਨ ਮਨੀ ਇਨ ਫਿਊ ਹੈਂਡਸ ਨੇ ਅਸੀਂ ਕਹਿ ਸਕਦੇ, ਫਿਊ ਹਾਊਸਸ ਉਹਨਾਂ ਦੇ ਕੋਲ ਇਕੱਠੀ ਹੋ ਗਈ। ਫਿਰ ਉਹਦੇ ਨਾਲ ਬਲੈਕ ਮਨੀ ਵੱਧ ਗਈ। ਅਸੀਂ ਕਹਿੰਦੇ ਕਿ ਅੱਜ ਜਦੋਂ ਮੋਨੇਟਾਈਜੇਸ਼ਨ ਹੋਈ ਹੈ ਉਹ 'ਚ ਬਲੈਕ ਮਨੀ ਸੀ ਖਤਮ ਕਰ ਦਿੱਤੀ ਹੈ, ਖਤਮ ਹੋਈ ਹੈ। ਹੁਣ ਵੀ ਤੁਸੀਂ ਦੇਖੋ ਕਿੱਦਾਂ ਨਿਕਲਦੇ ਆ, ਹਜ਼ਾਰਾਂ ਕਰੋੜ ਰੁਪਈਆ ਜਿਹੜਾ ਲੋਕਾਂ ਦੇ ਘਰਾਂ 'ਚੋਂ ਨਿਕਲ ਰਿਹਾ ਹੈਗਾ। ਇਹ ਬਲੈਕ ਮਨੀ ਜਿਹੜੀ ਉਹ ਵੀ ਵੱਧ ਗਈ। ਬਲੈਕ ਮਨੀ ਦੇ ਨਾਲ ਐਕਸਪਲੋਇਟੇਸ਼ਨ ਐਂਡ ਥੈਫਟ ਆਫ ਨੈਸ਼ਨਲ ਰਿਸੋਰਸਿਸ। ਅਸੀਂ ਕਈ ਵਾਰੀ ਬਲੇਮ ਅਸੀਂ ਦੇ ਦਿੰਦੇ ਹਾਂ, ਲੋਕਾਂ ਨੂੰ ਬਲੇਮ ਦੇ ਦਿੰਦੇ ਹਾਂ, ਜਿਨ੍ਹਾਂ ਦਾ ਸੰਸਾਧਨ ਜਿਹੜੇ ਖੋਏ ਜਾਂਦੇ ਆ ਇਹ ਗਲੋਬਲਾਈਜੇਸ਼ਨ ਦੇ ਵਿੱਚ ਜਾਂ ਲਿਬਰਲਾਈਜੇਸ਼ਨ ਦੇ ਵਿੱਚ, ਉਹ ਉਹਨਾਂ ਨੂੰ ਦਿੱਤਾ ਕੁਛ ਨਹੀਂ। ਉਹਨਾਂ ਦੇ ਜੋ ਜੰਗਲ ਵਗੈਰਾ ਸਾਰੇ ਲੈ ਲਏ, ਉਹ ਲੈ ਕੇ ਉਹਨਾਂ ਨੈਚੁਰਲ ਰਿਸੋਰਸਿਸ ਜਿਹੜੇ ਦੇਸ਼ ਦੇ ਸੀਗੇ ਉਹ ਵੀ ਸਾਰੇ ਐਕਸਪਲੋਇਟ ਕਰ ਲਏ ਇਹਨਾਂ ਨੇ। ਉਹ ਕਿਹਨਾਂ ਨੂੰ ਦਿੱਤੇ? ਇਹਨਾਂ ਨੇ ਪ੍ਰਾਈਵੇਟ ਹੈਂਡ ਨੂੰ। ਅਤੇ ਉਹਦੇ ਨਾਲ ਕੀ ਹੋ ਗਿਆ? ਉਹਨਾਂ ਫਿਰ ਦੂਸਰਾ ਹੋ ਗਿਆ ਰਾਈਜ਼ ਇਨ ਬਿਊਰੋਕਰੈਟਿਕ ਕ੍ਰੁਕਸ ਐਂਡ ਦੇਅਰ ਇਨਐਫੀਸ਼ੀਐਂਸੀ। ਹੁਣ ਤੁਸੀਂ ਦੇਖੋ, ਕਈ ਵਾਰੀ ਅਖਬਾਰ ਵਿੱਚ ਵੀ ਆ, ਤੁਹਾਡੇ TV ਵਿੱਚ ਵੀ ਮੈਂ ਦੇਖਿਆ ਕਿ ਇੱਕ ਦੰਪਤੀ ਸੀਗਾ ਕੋਈ ਬਿਊਰੋਕਰੇਸੀ, ਉਹਨਾਂ ਦੇ ਪਤਾ ਨਹੀਂ ਕਿੰਨੇ 100 ਕਰੋੜ ਰੁਪਈਆ ਨਿਕਲਿਆ ਉਹਨਾਂ ਦੇ ਕੋਲੋਂ। ਇਹ ਸਾਰਾ ਜਿਹੜਾ ਵਧਿਆ ਹੈਗਾ ਇਹ ਸਿਰਫ ਪ੍ਰਾਈਵੇਟੇਸ਼ਨ ਨੂੰ ਲੱਗਿਆ ਕਿ ਜਿਹੜੇ ਬਿਊਰੋਕਰੇਸੀ ਸੀ ਉਹਨਾਂ ਨੂੰ ਵੀ ਲੱਗਿਆ ਜਦ ਉੱਪਰਲੇ ਖਾ ਰਹੇ ਨੇ, ਉੱਪਰਲੇ ਰਲ ਕੇ। ਮੈਂ ਦਿਸ ਇਜ਼ ਵਾਟ ਆਈ ਐਮ ਟੈਲਿੰਗ ਯੂ, ਨੈਕਸਸ ਬਣ ਗਿਆ। ਇਹ ਇਹਨਾਂ ਦਾ ਨੈਕਸਸ ਬਣ ਕੇ ਇੱਕ ਕੇਜਡ ਬੇਬੀ ਬਣ ਗਿਆ ਇਹਨਾਂ ਦਾ, ਤਿੰਨਾਂ ਦਾ ਹੀ। ਕਿਹਦਾ? ਕੈਪੀਟਲਿਸਟ। ਨੰਬਰ 2 ਪੋਲੀਟੀਕਲ ਪਾਵਰਫੁਲ ਪੋਲੀਟੀਕਲ ਲੀਡਰਸ। ਨੰਬਰ 3 ਜਿਹੜੇ ਹੈਗੇ ਨੇ ਬਿਊਰੋਕਰੇਟਸ। ਇਹਨਾਂ ਦੇ ਵਿੱਚ ਨੈਕਸਸ ਬਣ ਗਿਆ। ਉਹਦੇ ਨਾਲ ਹੋਇਆ ਕੀ? ਹੁਣ ਜਦੋਂ ਕੋਈ ਪ੍ਰੋਜੈਕਟ ਲਾਉਣਾ ਹੈਗਾ, ਕੋਈ ਅਮੀਰ ਬੰਦੇ ਨੂੰ ਅਗਰ ਅਸੀਂ ਪ੍ਰੋਜੈਕਟ ਦਿੰਦੇ ਹਾਂ ਤਾਂ ਉਹਦੇ ਕੋਲ ਆਪਣਾ ਪੈਸਾ ਹੋਣਾ ਚਾਹੀਦਾ। ਉਹ ਪੈਸਾ ਜਿਹੜਾ ਸੀ ਉਹਨਾਂ ਨੇ ਉਹ ਕਿੱਥੋਂ ਲਿਆ? ਫਿਰ
ਜੇ ਬੈਂਕਾਂ ਕੋਲੋਂ ਹੀ ਪੈਸਾ ਲੈ ਕੇ ਦੇਣਾ, ਜਿਹੜਾ ਸਰਕਾਰ ਦਾ ਪੈਸਾ ਹੈ, ਜਿਹੜਾ ਲੋਕਾਂ ਦਾ ਪੈਸਾ ਆ, ਅਗਰ ਉਹਦੇ ਵਿੱਚੋਂ ਹੀ ਪੈਸਾ ਉਹਨਾਂ ਨੂੰ ਦੇਣਾ ਤਾਂ ਫਿਰ ਕਿਉਂ ਨਹੀਂ ਸਰਕਾਰੀ ਕੰਮ ਹੀ ਸ਼ੁਰੂ ਕਰ ਦਿੱਤੇ। ਅਗਰ ਅਸੀਂ ਉਹ ਬੈਂਕਾਂ ਨੂੰ ਬੈਂਕਾਂ ਦੇ ਕੋਲੋਂ ਹੀ ਉਹਨਾਂ ਦੇ ਕੋਲੋਂ 200 ਕਰੋੜ ਦੇ ਦਿਓ ਜੀ, 2 ਲੱਖ ਕਰੋੜ ਰੁਪਈਆ ਦੇ ਦਿਓ ਜੀ, ਬੈਂਕਾਂ ਤੋਂ ਉਹ ਜਿਹੜਾ ਲੋਨ ਅਗਰ ਦਿੱਤਾ ਹੈਗਾ ਤੇ ਉਹ ਕਿਹਦਾ ਪੈਸਾ? ਉਹ ਸਰਕਾਰ ਦਾ ਹੀ ਹੈ। ਬਹੁਤ ਵੱਡੀ ਇੰਪੋਰਟੈਂਟ ਗੱਲ ਹੈਗੀ ਹੈ ਕਿ ਜੇ ਅਸੀਂ ਸਰਕਾਰ ਤੋਂ ਹੀ ਪੈਸਾ ਲੈ ਕੇ ਕੰਪਨੀਆਂ ਚਲਾਉਣੀਆਂ ਨੇ ਫਿਰ ਨਿੱਜੀਕਰਨ ਕਿਉਂ? ਨਿੱਜੀਕਰਨ ਕਿਉਂ? ਫਿਰ ਨਿੱਜੀ ਕਰਦੇ ਇਸ ਕਰਕੇ ਉਹਨਾਂ ਦੇ ਕੋਲ ਜਿਹੜਾ ਪੈਸਾ ਦੱਬਿਆ ਹੈਗਾ ਜਾਂ ਰੱਖਿਆ ਹੈ ਉਹਨਾਂ ਨੇ ਪੈਸਾ, ਉਹ ਆਪਣਾ ਨਾਲ ਇੱਕ ਪਾਸੇ ਸਾਡੇ ਹੋੜ ਲੱਗੀ ਹੈ ਇਹਨਾਂ ਦੇ ਵਿੱਚ, ਇਨਸਟੇਬਲ ਜਿਹੜੀ ਅਰਜ਼ ਬਣੀ ਹੋਈ ਹੈ ਇਹਨਾਂ ਦੇ ਵਿੱਚ ਵੀ ਅਸੀਂ ਭਾਰਤ ਦਾ ਨਹੀਂ, ਪਹਿਲਾਂ ਤਾਂ ਹੁੰਦਾ ਲੈ ਵੀ ਅਸੀਂ ਆਪਣੇ ਸ਼ਹਿਰ ਦੇ ਵਿੱਚੋਂ ਸਭ ਤੋਂ ਵੱਡੇ ਅਮੀਰ ਬਣੀਏ, ਫਿਰ ਅੱਗੇ ਜਾਂਦੇ ਅਸੀਂ ਆਪਣੇ ਸਟੇਟ 'ਚੋਂ ਵੱਡੇ ਅਮੀਰ ਬਣੀਏ, ਫਿਰ ਆਂਦਾ ਆਪਣੇ ਦੇਸ਼ ਦੇ ਵਿੱਚੋਂ ਵੱਡੇ ਅਮੀਰ ਬਣੀਏ, ਫਿਰ ਆਂਦਾ ਅਸੀਂ ਵਰਲਡ ਲੈਵਲ ਦੇ ਉੱਤੇ ਵੱਡੇ ਅਮੀਰ ਬਣੀਏ। ਪਰ ਉਹਦੇ ਨਾਲ ਜਿਹੜੀ ਮਾਨਵਤਾ ਹੈ, ਜਿਹੜੀ ਸੋਸ਼ਲ ਰਿਸਪੌਂਸਿਬਿਲਿਟੀ ਹੈ, ਉਹਨੂੰ ਅਸੀਂ ਭੁੱਲ ਜਾਂਦੇ ਹਾਂ। ਉਹ ਸਰਕਾਰ ਦੇ ਵਿੱਚ ਹੀ ਹੋ ਸਕਦੀ ਹੈ। ਡਾਕਟਰ ਅੰਬੇਡਕਰ ਨੇ ਕਿਹਾ ਸੀਗਾ ਕਿ ਜਿਹੜੀ ਪੋਲੀਟੀਕਲ ਡੈਮੋਕ੍ਰੇਸੀ ਹੈ, ਪੋਲੀਟੀਕਲ ਡੈਮੋਕ੍ਰੇਸੀ ਦੇ ਬੇਸ ਦੇ ਵਿੱਚ ਜਿਹੜੀ ਸੋਸ਼ਲ ਡੈਮੋਕ੍ਰੇਸੀ ਹੈ, ਸੋਸ਼ਲ ਡੈਮੋਕ੍ਰੇਸੀ ਦੇ ਵਿੱਚ ਡਾਕਟਰ ਸਾਹਿਬ ਨੇ ਕਿਹਾ ਸੀ 3 ਚੀਜ਼ਾਂ ਹੈਗੀਆਂ, ਲਿਬਰਟੀ ਹੈ, ਇਕੁਐਲਿਟੀ ਹੈ ਔਰ ਫਰਟਰਨਿਟੀ ਹੈ। ਇਹਨਾਂ ਤਿੰਨਾਂ ਚੀਜ਼ਾਂ ਨੂੰ ਦਾਅ ਦੇ ਉੱਤੇ ਲਾ ਕੇ, ਇਨਇਕੁਐਲਿਟੀ ਬਣਾ ਕੇ ਇਹ ਸਾਰਾ ਦਾ ਸਾਰਾ ਜਿਹੜਾ ਸੀਗਾ, ਇਹ ਜਿਹੜਾ ਪ੍ਰਾਈਵੇਟੇਸ਼ਨ ਆ, ਇਹ ਲੋਕਾਂ ਦੇ ਹੱਥ ਫੜਾ ਦਿੱਤਾ ਉਹਨਾਂ ਨੇ। ਕਿਉਂ ਲੱਗਦਾ ਹੈ ਕਿ ਕਿਉਂ ਇਹ ਸਰਕਾਰਾਂ ਨੇ ਇਹ ਸਭ ਕੁਝ ਕੀਤਾ? ਕਿੱਥੇ ਨਿੱਜੀ ਫਾਇਦਾ ਦੇਖਿਆ ਗਿਆ ਜਾਂ ਕੀ ਕੀਤਾ ਗਿਆ ਹੈ? ਦੇਖੋ, ਫਾਇਦਾ ਮੈਂ ਤੁਹਾਨੂੰ ਜਿਵੇਂ ਦੱਸਿਆ, ਫਾਇਦਾ ਤਾਂ ਤਿੰਨਾਂ ਧਿਰਾਂ ਨੂੰ ਹੀ ਹੋਇਆ, ਤਿੰਨੇ ਧਿਰਾਂ ਹੀ ਆ, ਤਿੰਨਾਂ ਧਿਰਾਂ ਨੂੰ ਫਾਇਦਾ। ਉਹ ਤਿੰਨਾਂ ਧਿਰਾਂ ਹੀ ਜਿਹੜੀਆਂ ਇਸ ਵੇਲੇ ਟੌਪ 'ਤੇ ਬੈਠੀਆਂ ਹੈਗੀਆਂ। ਜਿਹੜਾ ਬਾਕੀ ਪੈਰਾਮੀਡ ਹੈ, 99% ਜਿਹੜੀ ਪ੍ਰੋਪਰਟੀ ਹੈ, ਜਿਹੜੀ ਵੈਲਥ ਹੈ ਦੇਸ਼ ਦੀ, ਉਹ ਮੈਂ ਤੁਹਾਨੂੰ ਦੱਸਦਾ ਵੀ 99% ਕਿੰਨਿਆਂ ਦੇ ਕੋਲ ਹੈਗੀ ਆ ਤੇ ਬਾਕੀ ਦੀ ਕਿੰਨਿਆਂ ਦੇ ਕੋਲ ਹੈਗੀ ਆ। ਹਾਂਜੀ, ਇੱਕ ਡਾਕੂਮੈਂਟ ਜਿਹੜੇ ਤਿਆਰ ਕਰੀ ਫਿਰਦੇ ਆ, ਪੂਰੀ ਡਿਟੇਲ ਹੈ ਇਹਨਾਂ ਕੋਲ ਕਿ ਕਿੰਨੀ ਕੁ ਪ੍ਰਾਪਰਟੀ ਕਿਸ ਨੇ ਦੱਬੀ ਹੋਈ ਹੈ, ਜਾਂ ਕਹਿ ਦਈਏ ਕਿ ਕਿੰਨਾ ਕੁ ਸਾਡਾ ਹੱਕ ਹੈ, ਸਾਡੇ ਆਮ ਲੋਕਾਂ ਦਾ ਹੱਕ ਆ, ਕਿਸ ਦੇ ਹੱਥ ਹੈ, ਕੌਣ ਇਸ ਦੇ ਉੱਤੇ ਕਬਜ਼ਾ ਕਰੀ ਬੈਠਾ, ਕਿਸ ਦੀ ਸ਼ਹਿ 'ਤੇ ਕਬਜ਼ਾ ਕਰੀ ਬੈਠਾ, ਕਿਉਂ ਸਾਨੂੰ ਲੁੱਟਿਆ, ਮਾਰਿਆ, ਕੁੱਟਿਆ ਜਾਂਦਾ ਤੇ ਸਾਨੂੰ ਕੰਗਾਲ ਕੀਤਾ ਜਾ ਰਿਹਾ, ਕਿਉਂਕਿ ਦੇਸ਼ ਦੇ ਲੋਕ ਇਹ ਚਾਰਕ ਨੇ, ਅਮੀਰ ਦੇ ਅਮੀਰ ਹੁੰਦੇ ਜਾ ਰਹੇ ਪਰ ਅਸੀਂ ਗਰੀਬ ਹੁੰਦੇ ਜਾ ਰਹੇ ਹਾਂ। ਜੀ ਪਾਲ ਸਾਹਿਬ, ਹੁਣ ਮੈਂ ਤੁਹਾਨੂੰ ਦੱਸਾਂਗਾ ਕਿ 2000 ਤੋਂ ਲੈ ਕੇ 2014 ਤੱਕ ਟੌਪ ਦੇ ਜਿਹੜੇ 1% ਲੋਕ ਸੀਗੇ, 2000 ਦੇ ਵਿੱਚ ਉਹਨਾਂ ਕੋਲ 36.80% ਵੈਲਥ ਸੀਗੀ। 2000 ਦੀ ਗੱਲ ਕਰਦਾ ਮੈਂ, ਔਰ 2014 ਦੇ ਵਿੱਚ ਉਹਨਾਂ ਦੇ ਕੋਲ ਹੋ ਗਈ 49%। ਇਹ ਪੁਰਾਣੀਆਂ ਸਰਕਾਰਾਂ ਲਾ ਲਓ, ਹੁਣ ਤੁਸੀਂ ਨਵੀਂ ਸਰਕਾਰ ਦਾ ਲਾ ਲਓ। ਨਵੀਂ ਸਰਕਾਰ ਦਾ ਜਦੋਂ ਦੇਖਿਆ ਕਿ ਇਹਨਾਂ ਨੇ ਮਤਲਬ ਕਿ ਜਿਹੜੀ ਲੋਐਸਟ ਕਲਾਸ ਸੀਗੀ ਉਹਨਾਂ ਦੇ ਕੋਲ ਸੀਗਾ 63.26% 2000 ਦੇ ਵਿੱਚ, ਤੇ 51% ਰਹਿ ਗਿਆ ਸੀ 2014 ਦੇ ਵਿੱਚ। ਹੁਣ ਆ ਜੋ ਨਵੀਆਂ ਸਰਕਾਰਾਂ ਜਦੋਂ ਅੱਗੇ ਸ਼ੁਰੂ ਹੋਈਆਂ, 2016 17 ਤੇ 17 18 ਦੇ ਮੇਰੇ ਕੋਲ ਆંકੜੇ ਹੈਗੇ ਆ। 16 17 ਦੇ ਵਿੱਚ 1% ਲੋਕਾਂ ਦੇ ਕੋਲ 58% ਵੈਲਥ ਚਲੇ ਗਈ ਸਾਰੇ ਇੰਡੀਆ ਦੀ। 1% ਲੋਕਾਂ ਕੋਲ 58% ਵੈਲਥ ਗਈ ਹੈ, ਔਰ 17 18 ਵਿੱਚ ਉਹ ਵੱਧ ਕੇ 73% ਹੋ ਗਈ ਹੈ। ਤੇ ਸਾਡੇ ਕੋਲ ਕੀ ਬਚਿਆ? ਪਹਿਲਾਂ 16 17 ਵਿੱਚ 42% ਸੀ, ਜਿਹੜੇ ਬਾਕੀ 99% ਲੋਕ ਜਿਹੜੇ ਆ, ਤੇ ਹੁਣ ਇਸ ਵੇਲੇ ਸਿਰਫ ਕੀ ਰਹਿ ਗਿਆ 27%। ਕਹਿਣ ਦਾ ਮਕਸਦ ਕਿ ਜਿਹੜਾ 100 ਰੁਪਈਆ ਇੱਕ ਭਾਰਤ ਦਾ ਹੈਗਾ, ਉਹ 73% ਲੋਕ ਤੇ 73 ਰੁਪਈਏ ਦਾ ਉਹਨਾਂ ਦੇ ਕੋਲ ਜਾਂਦੇ ਆ, 1% ਵਾਲਿਆਂ ਕੋਲ, ਤੇ ਬਾਕੀ ਜਿਹੜੇ 27 ਰੁਪਈਏ ਆ ਉਹ 99 ਲੋਕਾਂ ਦੇ ਵਿੱਚ ਵੰਡੇ ਜਾਂਦੇ ਆ। ਦਿਸ ਇਜ਼ ਦੀ ਡਿਸਪੈਰਿਟੀ, ਔਰ ਇਹ ਸੱਚਾਈ ਹੈ ਜਿਹੜੀ ਗਵਰਨਮੈਂਟ ਦੇ ਫਿਗਰਸ ਹੈਗੀਆਂ। ਸੋ ਇਸ ਕਰਕੇ ਇਹਦੇ ਨਾਲ ਇਹ ਹੋਇਆ ਕਿ ਜਿਹੜਾ ਅਮੀਰ ਹੁੰਦਾ ਗਿਆ ਤੇ ਗਰੀਬ ਜਿਹੜਾ ਹੋਰ ਗਰੀਬ ਹੁੰਦਾ ਗਿਆ। ਗਰੀਬਾਂ ਦੇ ਹੱਥ ਵਿੱਚ ਇਹਨੂੰ ਠੂਠੇ ਫੜਾ ਦੇਣੇ ਆ, ਪਰ ਜਿਹੜੀ ਮਿਡਲ ਕਲਾਸ ਜਿਹੜੀ ਕਹਿੰਦੇ ਸੀ ਨਾ ਸੋ ਕਾਲ, ਉਹ ਵੀ ਥੱਲੇ ਆ ਗਈ। ਮਿਡਲ ਕਲਾਸ ਨਹੀਂ ਰਹੀ ਹੁਣ। ਇੱਕ ਜਿਹੜਾ ਕਿਸੇ ਪ੍ਰਾਈਵੇਟ ਅਦਾਰੇ ਵਿੱਚ ਕੰਮ ਕਰਦਾ, ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ, ਉਹਨੂੰ 10,000 ਜਾਂ 11,000 ਦਿੰਦੇ, ਜ਼ਿਆਦਾ 12,000 ਦਿੰਦੇ। ਅਗਰ ਉਹੀ ਬੰਦਾ ਸਰਕਾਰ ਦੇ ਵਿੱਚ ਜਾਂਦਾ ਹੈਗਾ ਤੇ ਉਹਨੂੰ ਉੱਥੇ 50,000 ਰੁਪਈਆ ਮਿਲਣਾ, ਕਿਸੇ ਨੂੰ 60,000 ਮਿਲਣਾ, ਕਿਸੇ ਨੂੰ 80,000 ਮਿਲਣਾ। ਸੋ ਇਹ ਜਿਹੜਾ ਗੈਪ ਹੈ, ਅਗਰ ਪ੍ਰਾਈਵੇਟੇਸ਼ਨ ਵਧੀ ਆ ਤੇ ਇਹ ਲੋਕਾਂ ਦਾ ਐਕਸਪਲੋਇਟੇਸ਼ਨ ਕਰਕੇ ਪੇ ਦੇ ਵਿੱਚੋਂ ਐਕਸਪਲੋਇਟੇਸ਼ਨ ਕੀਤੀ ਇਹਨਾਂ ਨੇ। ਜਿੱਥੇ ਉਹਨਾਂ ਨੇ ਸਰਕਾਰ ਨੇ ਇੱਕ ਬੰਦਾ, ਇਹਨਾਂ ਨੇ ਉੱਥੇ 10 ਬੰਦੇ ਰੱਖ ਲਏ। ਸੋ ਇਹ ਚੀਜ਼ ਵੇਖਣ ਵਾਲੀ ਹੈ। ਤਾਂ ਉਹਦੇ ਨਾਲ ਕੀ ਹੋਇਆ? ਸਾਡੀਆਂ ਸੋਸ਼ਲ ਸਿਕਿਉਰਿਟੀਜ਼, ਇੱਕ ਜਿਹੜਾ ਬੱਚਾ ਜਿਹੜਾ ਪਹਿਲਾਂ ਸਰਕਾਰੀ ਨੌਕਰੀ ਕਰਦਾ ਹੈਗਾ, ਉਹ ਆਪਣੇ ਬੱਚਿਆਂ ਨੂੰ ਪੜ੍ਹਾ ਵੀ ਸਕਦਾ, ਉਹਨੇ ਮਕਾਨ ਵੀ ਲੈਣਾ, ਉਹਨੇ ਰਹਿਣਾ ਵੀ ਆ, ਆਪਣੇ ਮਾਂ ਪਿਓ ਦੀ ਵੀ ਸੇਵਾ ਕਰਨੀ ਆ ਉਹਨੇ। 10,000 ਵਾਲਾ ਕੀ ਕਰੂਗਾ? ਲੱਗ ਨਹੀਂ ਰਿਹਾ ਇਹ ਵੱਡੇ ਘਰਾਣੇ ਨੇ ਜਿਹੜੇ ਆ 4% 1% ਤੁਸੀਂ ਦੱਸ ਰਹੇ ਹੋ ਕਿ ਇਹ ਜਿਹੜੇ ਲੋਕ ਨੇ ਇਹ ਗੁਲਾਮ ਬਣਾਉਣਾ ਚਾਹੁੰਦੇ ਨੇ ਬਾਕੀ ਹਿੰਦੁਸਤਾਨ? ਦੇਖੋ,
ਇਹਦੇ ਪਿੱਛੇ ਅਗਰ ਅਸੀਂ ਬੜੇ ਗਹਿਨ ਦੇ ਨਾਲ ਵਿਚਾਰ ਕਰੀਏ ਤੇ ਉਹ ਇਹੀ ਲੱਗਦਾ ਕਿ ਬਾਕੀ ਜਨਤਾ ਜਿੰਨੀ ਹੈ ਉਹ ਸਾਰੀ ਠੂਠਾ ਲੈ ਕੇ ਘੁੰਮੇ ਤੇ ਪੈਸਾ ਜਿਹੜਾ ਕੰਸੈਂਟਰੇਸ਼ਨ ਜਿਹੜਾ ਬਿਲਕੁਲ ਫਿਊ ਹੈਂਡ ਦੇ ਵਿੱਚ ਆ ਜਾਵੇ। ਉਹ ਜਿਹੜੇ ਗਰੀਬ ਲੋਕ ਹੈ ਉਹ ਸਿਰਫ ਇਹੀ ਸਮਝਣ ਵੀ ਅਸੀਂ ਜਿਹੜਾ ਸਾਹ ਲੈ ਰਹੇ ਹਾਂ ਜਾਂ ਅਸੀਂ ਰੋਟੀ ਲੈ ਰਹੇ ਹਾਂ, ਰੋਟੀ ਖਾ ਰਹੇ ਹਾਂ, ਇੰਨੇ ਵਿੱਚ ਹੀ ਗਨੀਮਤ ਹੈ, ਹੋਰ ਸਾਡਾ ਕੋਈ ਹੱਕ ਹਕੂਕ ਨਹੀਂ ਹੈਗਾ। ਇਹ ਜਿਹੜੀ ਇਹ ਮਾਨਸਿਕਤਾ ਜਿਹੜੀ ਇਹ ਚੱਲ ਰਹੀ ਹੈਗੀ। ਸੋ ਇਸ ਕਰਕੇ ਇਹਨਾਂ ਨੇ ਕੀ ਕੀਤਾ, ਹੁਣ ਬੈਂਕਾਂ ਦੇ ਵਿੱਚੋਂ ਤੁਹਾਨੂੰ ਬੈਂਕਾਂ ਦੀ ਗੱਲ ਕਰਦਾ, ਬੈਂਕਾਂ ਦਾ ਲੋਨ ਦਾ ਤੁਸੀਂ ਗੱਲ ਕੀਤੀ ਹੈ, ਉਹ ਇੰਪੋਰਟੈਂਟ ਹੈਗਾ ਕਿਉਂਕਿ ਲਗਾਤਾਰ ਇੱਕ ਪਾਸੇ ਤੁਸੀਂ ਕਹਿੰਦੇ ਹੋ ਵੀ ਇਹ 1% ਵਾਲੇ ਸਾਡਾ 73% ਹਿੱਸਾ ਖਾਈ ਫਿਰਦੇ ਨੇ, ਦੂਜੇ ਪਾਸੇ ਲੋਨ ਵੀ ਇਹਨਾਂ ਨੂੰ ਮਿਲਦੇ ਆ ਤੇ ਮਾਫ ਵੀ ਇਹਨਾਂ ਦੇ ਹੋ ਜਾਂਦੇ ਨੇ। 2014 ਦੇ ਵਿੱਚ ਜਿਹੜਾ NPA ਸੀਗਾ, ਜਿਹਨੂੰ ਨਾਨ ਪ੍ਰੈਕਟਾਈਜ਼ਿੰਗ ਅਮਾਊਂਟ ਕਹਿ ਦਿੰਦੇ ਆ, ਉਹ ਜਿਹੜਾ ਸੀਗਾ 2,73,000 ਕਰੋੜ ਸੀਗਾ, 2.7373 ਕਰੋੜ ਸੀਗਾ। ਤੇ ਉਸ ਤੋਂ ਬਾਅਦ ਤੁਸੀਂ ਇਸ ਵੇਲੇ ਦੇਖੋ ਤਾਂ ਇਟ ਇਜ਼ ਮੋਰ ਦੈਨ 10 ਲੱਖ ਕਰੋੜ। ਇੱਕ ਤਾਂ ਇਹ ਹੋ ਗਿਆ, ਬਲਕਿ ਜਿਹੜਾ ਲੋਕਾਂ ਦਾ ਜਿਹੜਾ ਸਰਕਾਰੀ ਪੈਸਾ, ਉਹ ਬੈਂਕਾਂ ਦਾ ਪੈਸਾ ਜਿਹੜਾ ਹੈਗਾ, ਬੈਂਕਾਂ ਦਾ ਪੈਸਾ ਕਿਹੜਾ ਪੈਸਾ? ਸਾਡਾ ਹੀ ਪੈਸਾ, ਗਰੀਬ ਬੰਦਿਆਂ ਦਾ ਪੈਸਾ। ਇਹ ਜਿਹੜੇ ਹੁਣ ਅਕਾਊਂਟ ਖੋਲ੍ਹੇ ਇੰਨੇ ਗਰੀਬ ਬੰਦਿਆਂ ਦੇ, ਉਹ ਵੀ ਤਾਂ ਵਿੱਚ ਹੀ ਹੈ, ਇਹ ਉਹਨਾਂ ਦਾ ਪੈਸਾ ਹੈਗਾ। ਸਾਡੀ ਹਾਰਡ ਅਰਨਡ ਮਨੀ ਹੈਗੀ ਹੈ, ਸਾਡੇ ਖੂਨ ਪਸੀਨੇ ਦੀ ਕਮਾਈ ਜਿਹੜੀ ਬੈਂਕਾਂ ਦੇ ਵਿੱਚ ਹੈ, ਜਿਹਦਾ ਅਸੀਂ ਕਢਾਉਂਦੇ ਹਾਂ ਪੈਸਾ ਉਹਦੇ ਵਿੱਚੋਂ, ਤੇ ਸਾਡੇ ਉੱਤੇ ਹੋਰ ਟੈਕਸ ਲੱਗ ਜਾਏਗਾ। ਪਰ ਉਹ ਇਕੱਠਾ ਕਰਕੇ ਜਿਹੜਾ ਪੈਸਾ ਹੈਗਾ ਉਹ ਬੈਂਕਾਂ ਦੇ ਥਰੂ ਜਿਹੜਾ ਹੈਗਾ, ਉਹ ਕੁਛ ਲੋਕ ਜਿਹੜੇ ਹੈਗੇ ਹਾਈ, ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਜਿਹੜੀ ਮੁੱਠੀ ਭਰ ਲੋਕ ਹੈ, ਮੁੱਠੀ ਭਰ ਜਿਹੜੇ ਹਾਊਸਸ ਹੈਗੇ, ਉਹਨਾਂ ਨੂੰ ਹੀ ਦਿੱਤਾ ਜਾਂਦਾ। ਸੋ ਇਸ ਕਰਕੇ ਇਹਦੇ ਨਾਲ ਹੋਇਆ ਕਿ ਜਦੋਂ ਕੰਸਨਟ੍ਰੇਸ਼ਨ ਜ਼ਿਆਦਾ ਹੋ ਗਈ ਇਸ ਚੀਜ਼ ਦੀ, NPA ਉੱਧਰ ਵੱਧ ਗਿਆ। NPA ਦਾ ਫਿਰ ਦੂਸਰਾ ਨਹੀਂ ਹੱਲ ਕੱਢ ਲਿਆ ਵੀ ਜਿੰਨਾ NPA ਵੱਧ ਗਿਆ ਇਹਨੂੰ ਹੁਣ ਮਾਫ ਕਰਨਾ ਸ਼ੁਰੂ ਕਰ ਦਿਓ ਬਈ, ਸਰਕਾਰੀ ਹੈ, ਕਿਹੜਾ ਸਾਡੇ ਜੇਬ 'ਚੋਂ ਗਿਆ ਹੈਗਾ, ਸਰਕਾਰ ਦਾ ਪੈਸਾ ਨਹੀਂ, 135 ਕਰੋੜ ਲੋਕਾਂ ਦਾ ਪੈਸਾ। ਉਹ ਹੁਣ ਜਿਹੜਾ 11 ਲੱਖ ਕਰੋੜ ਰੁਪਈਆ ਮਾਫ ਕੀਤਾ, ਮੈਂ ਤੁਹਾਨੂੰ ਥੋੜ੍ਹੀ ਜਿਹੀ ਕੰਪੈਰੀਟਿਵ ਸਟੇਟਮੈਂਟ ਦੱਸਦਾ ਜਿਹੜਾ ਮਾਫੀ ਦਾ ਇਹਨਾਂ ਦਾ। ਇਹ ਜਿਹੜੀ ਸਟੇਟਮੈਂਟ ਮੈਂ ਨਵੰਬਰ 2015 ਦੀ ਦੱਸਾਂ, ਕੇ ਚੱਕਰਵਰਤੀ ਹੈ, ਉਹਨਾਂ ਦੇ ਡਿਪਟੀ ਡਾਇਰੈਕਟਰ RBI ਦੇ। ਨਵੰਬਰ 2015 ਵਿੱਚ ਇੱਕ ਇਹਨਾਂ ਦੀ ਕਾਨਫਰੰਸ ਹੋਈ ਸੀ RBI ਦੀ, ਉਹਦੇ ਵਿੱਚ ਉਹਨੇ ਦੱਸਿਆ ਸੀਗਾ ਕਿ ਪਿਛਲੇ 13 ਸਾਲਾਂ ਦੇ ਵਿੱਚ, ਇਹ 15 ਦੀ ਗੱਲ ਹੈ, 1,14,181 ਕਰੋੜ ਰੁਪਈਆ ਜਿਹੜਾ PSUs ਹੈਗੀਆਂ, ਜਿਹੜੀਆਂ ਸਰਕਾਰੀ ਬੈਂਕਾਂ ਹੈਗੀਆਂ, ਉਹਨਾਂ ਦਾ ਮਾਫ ਕੀਤਾ ਗਿਆ। ਕਿੰਨਿਆਂ 'ਚ? 13 ਸਾਲਾਂ 'ਚ। 13 ਸਾਲਾਂ 'ਚ। ਹੁਣ ਤੁਸੀਂ ਅੱਗੇ ਦੇਖ ਲਓ, ਹੁਣ ਅੱਗੇ ਕੀ ਹੋਇਆ। ਅੱਗੇ ਤੁਸੀਂ ਇਹਨੂੰ ਲਾ ਲਓ ਵੀ ਸਿਰਫ 50 ਸਾਲਾਂ ਦੇ ਵਿੱਚ, ਜਿਹੜਾ ਕਿ ਰਾਜ ਸਭਾ ਦੇ ਵਿੱਚ ਵੀ ਗਿਆ, 11 ਲੱਖ ਕਰੋੜ ਰੁਪਈਆ ਮਾਫ ਕਰ ਦਿੱਤਾ ਗਿਆ। ਕਿੱਥੇ 1 ਲੱਖ ਕਰੋੜ 13 ਸਾਲਾਂ 'ਚ, ਕਿੱਥੇ 50 ਸਾਲਾਂ ਦੇ ਵਿੱਚ? ਇਹ ਕਿਹਦਾ ਪੈਸਾ? ਸਾਡਾ ਹੀ ਪੈਸਾ, ਇਹ ਆਮ ਜਨਤਾ ਦਾ ਹੀ ਪੈਸਾ ਹੈਗਾ। ਕਿਆ ਕਿਹਦੇ ਕੋਲ ਹੈ, ਕਿਹਦਾ ਮਾਫ ਕੀਤਾ? ਜੇ ਉਹ ਤੁਸੀਂ ਪੁੱਛਣ ਜਾਓ, ਦੱਸਣਾ ਨਹੀਂ ਉਹਨੇ, ਡਿਟੇਲ ਨਹੀਂ ਮਿਲਣੀ ਵੀ ਕੌਣ ਖਾ ਗਿਆ ਕੌਣ ਨਹੀਂ ਖਾ ਗਿਆ, ਕੌਣ ਖਾ ਗਿਆ ਕੌਣ ਨਹੀਂ ਖਾ ਗਿਆ। ਸੋ ਇਹ ਜਿਹੜੀ ਲੁੱਟ ਹੈ, ਮੈਂ ਇਹਨੂੰ ਲੁੱਟ ਕਹੂੰਗਾ ਇਹਨੂੰ, ਇਹ ਜਿਹੜੀ ਲੁੱਟ ਹੈਗੀ ਆ ਨਾ, ਇਹ ਲੁੱਟ ਜਿਹੜੀ ਹੈ, ਦੇਖੋ ਵੀ ਇਹ ਤੁਹਾਡਾ ਮੈਂ ਬੇਨਤੀ ਕਰਦਾ ਉਹਨੂੰ, ਪੱਤਰਕਾਰਾਂ ਨੂੰ, ਜਿੰਨੇ ਵੀ ਪੱਤਰਕਾਰ ਮੇਰੇ ਕੋਲ ਜਿਹੜੇ ਡਾਟੇ ਹੈਗੇ ਆ, ਇਹ ਮੈਂ ਸਾਰੇ ਅਖਬਾਰਾਂ 'ਚੋਂ ਲਏ ਆ। ਤੁਹਾਡੇ ਵਰਗੇ ਸੂਝਵਾਨ ਜਿਹੜੇ ਪੱਤਰਕਾਰ ਆ, ਜਿਨ੍ਹਾਂ ਨੇ ਇਸ ਚੀਜ਼ ਦੀ ਪੜਚੋਲ ਕੀਤੀ ਆ, ਉਹਨਾਂ ਤੋਂ ਡਾਟੇ ਲਏ ਆ, ਉਹ ਡਾਟੇ ਮੈਂ ਕੋਲ ਰੱਖੇ ਆ, ਉਹਨਾਂ ਦੀਆਂ ਅਖਬਾਰਾਂ ਦੀਆਂ ਕਟਿੰਗ ਮੇਰੇ ਕੋਲ ਪਈਆਂ ਹੈਗੀਆਂ। ਸੋ ਮੇਰੀ ਬੇਨਤੀ ਮੀਡੀਆ ਨੂੰ ਇਹ ਹੈਗੀ ਹੈ ਕਿ ਬਜਾਏ ਆਹ ਜਿਹੜੇ ਨਾ ਛੋਟੇ ਮੋਟੇ ਕੰਮ ਲੈ ਵੀ ਹਿੰਦੂ ਮੁਸਲਿਮ ਦੇ ਝਗੜਿਆਂ 'ਚ ਪੈਣ ਨਾਲੋਂ, ਜਿਹੜਾ ਦੇਸ਼ ਨੂੰ ਬਰਬਾਦ ਕਰ ਰਹੇ ਆ, ਉਹ ਦੇਖੋ ਕੌਣ ਕਰ ਰਿਹਾ। GDP ਨਹੀਂ ਡਾਊਨ ਜਾ ਰਹੀ, ਉਹ GDP ਡਾਊਨ ਜਾ ਰਹੀ ਹੈ। ਇਹ ਬੈਂਕਾਂ ਦਾ ਜਿਹੜਾ ਕਰਜ਼ਾ ਮਾਫ ਹੋ ਰਿਹਾ, ਕਿਹਦਾ ਮਾਫ ਹੋਇਆ? ਇੱਕ ਹੋਰ ਵੱਡੀ ਗੱਲ ਮੈਂ ਤੁਹਾਨੂੰ ਦੱਸ ਦਿਆਂ ਕਿ ਜਦੋਂ ਮਾਫ ਕਰਦੇ ਆ ਕਰਜ਼ਾ, ਇਹੋ ਆਉਂਦਿਆਂ ਨਹੀਂ, ਸਰਕਾਰ ਨੇ ਇੱਕ ਕੰਪਨੀ ਐਕਟ ਦੇ ਵਿੱਚ ਅਮੈਂਡਮੈਂਟ ਲਿਆਂਦੀ। ਪਹਿਲਾਂ ਜਦੋਂ ਇੱਕ ਕੋਈ ਕਾਰਪੋਰੇਟ ਹਾਊਸ ਹੈਗਾ, ਕੋਈ ਵੀ ਕਾਰਪੋਰੇਟ ਹਾਊਸ ਲਾ ਲਓ, ਜਿੰਨੇ ਵੀ ਵੱਡੇ ਹੈਗੇ ਆ, ਉਹਨਾਂ ਦੀਆਂ ਡਿਫਰੈਂਟ ਕੰਪਨੀਆਂ ਹੁੰਦੀਆਂ, ਉਹ ਡਿਫਰੈਂਟ ਕੰਪਨੀਆਂ ਦੇ ਅਧੀਨ ਉਹਨਾਂ ਨੇ ਕੰਮ ਕਰਨਾ, ਉੱਥੇ ਉਹਨਾਂ ਨੇ ਪੈਸੇ ਲੈ ਲੈਣੇ, ਲੋਨ ਲੈ ਲੈਣਾ। ਅਗਰ ਉਹਦੇ ਵਿੱਚ ਘਾਟਾ ਪੈਂਦਾ, ਉਹ ਫੇਲ ਹੋ ਜਾਂਦੀ ਹੈ, ਤੇ ਹਾਊਸ ਐਜ਼ ਏ ਹੋਲ ਇਜ਼ ਰਿਸਪੋਂਸੀਬਲ ਟੂ ਰਿਟਰਨ ਦੈਟ ਮਨੀ। ਉਹਦੀ ਲਾਇਬਿਲਿਟੀ ਪੂਰੇ ਦੇ ਹਾਊਸ ਦੀ ਬਣਦੀ ਹੈ, ਕਾਰਪੋਰੇਟ ਹਾਊਸ ਦੀ ਬਣਦੀ ਹੈ। ਪਰ ਇਹਨਾਂ ਨੇ ਕੀ ਕੀਤਾ, ਉਹ ਚੇਂਜ ਕਰਕੇ ਇਹਨਾਂ ਕਹਿੰਦੇ ਵੀ ਜਿਹੜੀ ਕੰਪਨੀ ਖੋਲ੍ਹੀ ਜਾਏਗੀ ਕਿਸੇ ਵੀ ਕਾਰਪੋਰੇਟ ਹਾਊਸ ਵੱਲੋਂ, ਉਹ ਇਕੱਲੀ ਕੰਪਨੀ ਹੀ ਉਹਦੀ ਜ਼ਿੰਮੇਦਾਰ ਹੋਏਗੀ। ਮਤਲਬ ਬਚਾ ਲਿਆ, ਫਿਰ ਬਚਾ ਲਿਆ।
ਇਹਦੇ ਨਾਲ ਇਹ ਜਿਹੜਾ ਜਿੰਨਾ ਵਧਿਆ ਪੈਸਾ ਜਿਹੜਾ ਇਹ ਹੋ ਰਿਹਾ, ਇਹ ਜਿਹੜਾ ਬੰਦਾ ਕੋਈ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਜੀ ਇੰਨਾ ਵੱਡਾ ਅਮੀਰ ਹੈਗਾ, ਤੇ ਉਹ ਬਾਕੀ ਜਿਹੜਾ ਅਗਰ ਉਹਨੇ ਬੈਂਕ ਦਾ ਪੈਸਾ ਲਿਆ, ਗਰੀਬਾਂ ਲੋਕਾਂ ਦਾ ਪੈਸਾ ਲਿਆ ਹੈਗਾ, ਉੱਥੋਂ ਵਾਪਸ ਕਰੇ, ਲੁੱਟ ਕੇ ਅਮੀਰ ਹੋਇਆ ਜਿਹੜਾ ਹੋਇਆ, ਉੱਥੋਂ ਵਾਪਸ ਕਰੇ। ਉਹਦੇ ਕੋਲ ਬਾਕੀ ਪ੍ਰਾਪਰਟੀ ਹੈ, ਉਹਦੇ ਕੋਲ ਬਾਕੀ ਹੋਰ ਅਸੈਟਸ ਹੈਗੇ ਆ, ਉਹਨਾਂ ਦੇ ਉਹ ਅਸੈਟਸ ਵੇਚ ਕੇ ਉਹ ਪੈਸਾ ਵਾਪਸ ਕਰਨ। ਸੋ ਸਾਡੀ ਇਹ ਸੰਯੁਕਤ ਮੋਰਚੇ ਦੀ ਇਹ ਵੀ ਡਿਮਾਂਡ ਹੈ, ਮੇਰੇ ਨਾਲ ਇਹ ਵੀ ਡਿਮਾਂਡ ਹੈ ਕਿ ਇਹ ਜਿਹੜਾ ਉਹਨਾਂ ਨੇ ਕੰਪਨੀ ਐਕਟ ਦੇ ਵਿੱਚ ਇੱਕ ਅਮੈਂਡਮੈਂਟ ਕੀਤੀ ਹੈ, ਉਹਨੂੰ ਦੁਬਾਰਾ ਰੱਦ ਕੀਤਾ ਜਾਵੇ, ਤੇ ਇਹ ਜਿਹੜਾ ਵੀ ਕੋਈ ਕਿਸੇ ਕੰਪਨੀ ਦਾ, ਕਿਸੇ ਕਾਰਪੋਰੇਟ ਹਾਊਸ ਦੀ ਕੋਈ ਵੀ ਕੰਪਨੀ ਫੇਲ ਹੁੰਦੀ ਹੈ, ਉਹਦੀ ਲਾਇਬਿਲਿਟੀ ਐਜ਼ ਏ ਹੋਲ ਪੂਰੇ ਹਾਊਸ ਦੀ ਹੋਣੀ ਚਾਹੀਦੀ ਹੈ, ਉਹਨਾਂ ਦੀ ਹੋਣੀ ਚਾਹੀਦੀ, ਨਾ ਕਿ ਇਕੱਲੇ ਬੰਦੇ ਦੀ। ਕੱਲ ਨੂੰ ਮੈਂ ਵੀ ਕੀ ਕਰਾਂਗਾ, ਆਪਣੀ ਕੰਪਨੀ ਫਾਇਦੇ ਚਲਾਉਂਦੇ ਆ, ਦੂਜੀ ਘਾਟੇ 'ਚ ਖੋਲ ਲਈ, ਫਿਰ ਉਹਨੂੰ ਡਬੋ ਕੇ ਕਹਤਾ ਵੀ ਇਹੀ ਕੰਪਨੀ ਜ਼ਿੰਮੇਵਾਰ ਸੀ। ਹਾਂ ਤਾਂ ਬੰਦਾ ਜ਼ਿੰਮੇਵਾਰ ਹੈ ਨਾ। ਪਰ ਪੁਲਿਸ ਇੱਥੇ ਇੱਕ ਵੱਡੀ ਗੱਲ ਇਹ ਆਉਂਦੀ ਹੈ ਕਿ ਇਹ ਕਹਿ ਦਿੰਦੇ ਨੇ, ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਸਰਕਾਰਾਂ ਕਹਿ ਦਿੰਦੀਆਂ ਨੇ, ਉਹ ਲੋਕ ਨੇ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਫਾਇਦਾ ਦੇਣਾ, ਜਿਨ੍ਹਾਂ ਨੇ ਸਾਡਾ ਦੇਸ਼ ਬਚਾਇਆ ਹੋਇਆ, ਕਿ ਕਿਸਾਨ ਨੇ ਨਹੀਂ ਬਚਾਇਆ, ਕਿਸਾਨ ਦਾ ਕਿਉਂ ਨਹੀਂ ਮਾਫ ਹੁੰਦਾ? ਦੇਖੋ, ਇਹ ਜਿਹੜੀ ਗੱਲ ਹੈ ਬੇਸਿਕਲੀ ਇਹ ਸਾਡਾ ਕਲਚਰ ਇਦਾਂ ਦਾ ਬਣ ਗਿਆ, ਮਾਨਸਿਕਤਾ ਸਾਡੀ ਇਦਾਂ ਦੀ ਬਣ ਗਈ। ਜਿਹੜੇ ਕੰਮ ਕਰਨ ਵਾਲੇ ਆ, ਜਿਨ੍ਹਾਂ ਨੇ ਫਿਜ਼ੀਕਲੀ ਕੰਮ ਕਰਨਾ, ਖੇਤ ਮਜ਼ਦੂਰ ਹੈ, ਕਿਸਾਨ ਹੈ, ਬਾਕੀ ਹੋਰ ਬੈਕਵਰਡ ਕਲਾਸਿਸ ਹੈ, ਹਰ ਤਰ੍ਹਾਂ ਦਾ ਕੰਮ ਕਰਦੇ ਆ। ਸਾਡੇ ਜਿਹੜੇ ਮਿਸਤਰੀ ਭਰਾ ਹੈਗੇ ਉਹ ਕੰਮ ਕਰਦੇ ਆ, ਸਾਰੇ ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਇਗਨੋਰ ਕੀਤਾ ਜਾਂਦਾ, ਉਹਨਾਂ ਨੂੰ ਇੱਕ ਕੰਮ ਦੇ ਤੌਰ 'ਤੇ ਦੇਖਿਆ ਜਾਂਦਾ, ਔਰ ਉਹਨਾਂ ਵੱਲ ਕੋਈ ਧਿਆਨ ਨਹੀਂ ਜਾਂਦਾ। ਔਰ ਇਹਨਾਂ ਦਾ ਇਹ ਰਹਿੰਦਾ ਹੈ ਕਿ ਅਗਰ ਇਹਨਾਂ ਦੇ ਕੋਲ ਹੁਣ ਜ਼ਮੀਨ ਹੈਗੀ ਹੈ, ਕਿਸਾਨਾਂ ਦੇ ਕੋਲ, ਇਹ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਸੀਂ ਇਹਦਾ ਵੀ ਕੰਟਰੋਲ ਜਿਹੜਾ ਆਪਣੇ ਹੱਥ ਵਿੱਚ ਲੈ ਲਈਏ, ਤੇ ਜਿਹੜਾ ਕਿਸਾਨ ਹੈਗਾ ਉਹ ਵਿਚਾਰਾ ਫਿਰ ਲਾਚਾਰ ਹੋ ਕੇ ਦੇਖਦਾ ਰਹੇ। ਖਾਣ ਦੀ ਤੇ ਅਮੀਰ ਹੋਣ ਦੀ ਭੁੱਖ ਜਿਹੜੀ ਹੈ, ਇਹਨੂੰ ਕਹਿੰਦੇ ਅਨਸਟੇਬਲ ਭੁੱਖ ਜਿਹੜੀ ਹੈ ਨਾ, ਅਰਜ਼ ਜਿਹੜੀ ਹੈਗੀ ਹੈ ਵੈਲਥ ਦੀ ਜਿਹੜੀ ਹੈ, ਉਹ ਸਾਡੇ ਦੇਸ਼ ਦੇ ਲੋਕਾਂ ਦੇ ਵਿੱਚ ਇਹ ਜਿਹੜੇ ਕਾਰਪੋਰੇਟ ਹਾਊਸਸ ਹੈ, ਅਗਰ ਉਹ ਖਤਮ ਹੋਏਗੀ ਤਾਂ ਤਦ ਇਹਦੇ 'ਚ ਸੁਧਾਰ ਹੋਏਗਾ, ਉੱਦਾਂ ਨਹੀਂ ਹੋਣਾ। ਬੜਾ ਤੁਸੀਂ ਡਾਟਾ ਲਈ ਫਿਰਦੇ ਹੋ, ਬੜਾ ਸੱਚ ਬੋਲ ਰਹੇ ਹੋ। ਜਾਂ ਤਾਂ ਆਪਣੇ ਘਰ ਦੇ ਬਾਹਰ ਹੁਣ ਤੁਸੀਂ ਵੀ ਬੀਜੇਪੀ ਦਾ ਲਾ ਲਓ, ਝੰਡਾ ਲਾ ਲਓ, ਨਹੀਂ ਤਾਂ ਫਿਰ ਇਹ ਹੈਗਾ ਕਿ ਤੁਹਾਡੇ ਉੱਤੇ ਵੀ ਈਡੀ ਵਾਲੇ ਜਿਹੜੇ ਆਉਣ ਵਾਲੇ ਨੇ ਥੋੜ੍ਹੇ। ਦੇਖੋ, ਈਡੀ ਦੀ ਗੱਲ ਹੈ ਕਿ ਅਸੀਂ ਕਿਹੜਾ ਕੋਈ ਚੋਰੀ ਕਰਦੇ ਹੈਗੇ ਹਾਂ, ਅਸੀਂ ਤਾਂ ਜਿਹੜੀ ਗੱਲ ਹੈ ਸਾਹਮਣੇ ਤੁਹਾਡੇ ਉਹ ਰੱਖ ਰਹੇ ਹਾਂ। ਤੇ ਇਹ ਮੈਂ ਤੁਹਾਨੂੰ ਦੱਸ ਦਾਂਗਾ, ਫਰਾਡ ਕੇਸਿਸ ਦੀ ਜੇ ਗੱਲ ਕਰੀਏ ਤਾਂ ਬੈਂਕਾਂ ਦੇ ਨਾਲ ਜਿਹੜੇ ਫਰਾਡ ਹੋਏ ਆ, ਬਿਲਕੁਲ ਇਹ ਗੱਲ ਇੰਪੋਰਟੈਂਟ ਹੈਗੀ ਆ। ਇੱਕ ਤਾਂ ਇਹ ਉਹ ਫਰਾਡ ਆ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਕਰਜ਼ਾ ਜਿਹੜਾ ਮਾਫ ਹੋ ਜਾਂਦਾ, ਜਿਹੜਾ ਸਰਕਾਰ ਨੂੰ ਵੀ ਪਤਾ ਫਰਾਡ ਆ, ਪਰ ਫਰਾਡ 'ਚ ਨਹੀਂ ਆਉਂਦਾ, ਇਹ ਅਸੀਂ ਦੇ ਲਾਇਬਿਲਿਟੀ ਜਾਂ ਹੋਰ ਤਰੀਕਿਆਂ 'ਚ ਪਾ ਲੈਂਦੇ ਆ। ਹੁਣ ਅਸਲ ਫਰਾਡ ਜਿਹੜੇ ਲੋਕ ਲੈ ਕੇ ਪੈਸੇ ਭੱਜ ਜਾਂਦੇ ਨੇ, ਜਿਹੜੇ ਘੱਟੋ ਘੱਟ ਇੱਕ ਸਰਵੇ ਆਇਆ ਕਿ ਗੁਜਰਾਤੀ ਨੇ ਜਿਹੜੇ ਉਹ ਸਭ ਤੋਂ ਵੱਧ ਇਸ ਲਿਸਟ 'ਚ। ਦੇਖੋ, ਮੈਂ ਇਹ ਤੇ ਤੁਹਾਡਾ ਖੰਗਾਲਣਾ ਇਸ ਚੀਜ਼ ਨੂੰ ਵੀ ਕੌਣ ਇਹਦੇ ਵਿੱਚ ਫਰਾਡ ਦੇ ਵਿੱਚ ਕੌਣ ਜ਼ਿਆਦਾ ਹੈਗੇ, ਕੌਣ ਨਹੀਂ ਹੈਗੇ, ਇਹ ਤੁਸੀਂ ਆਪਣੇ ਤੌਰ 'ਤੇ ਇਹ ਸਰਵੇ ਵੀ ਕਰੋ, ਦੇਖੋ ਵੀ ਕਿਹੜੀ ਸਟੇਟ ਦੇ ਬੰਦੇ ਜ਼ਿਆਦਾ ਹੈਗੇ ਨੇ ਫਰਾਡ ਦੇ ਵਿੱਚ। ਪਰ ਮੇਰੇ ਕੋਲ ਜਿਹੜਾ ਫਰਾਡ ਦਾ ਜਿਹੜਾ ਡਾਟਾ ਜਿਹੜਾ ਸਰ ਇਹ ਮਿਲਿਆ ਹੈਗਾ, ਉਹ 'ਚ ਹੈ ਕਿ 13-14 ਦੇ ਵਿੱਚ 4306 ਕੇਸ ਫਰਾਡ ਦੇ ਹੋਏ ਸੀਗੇ, 10,170 ਕਰੋੜ ਰੁਪਏ ਦਾ ਅਮਾਊਂਟ ਸੀਗਾ ਉਹਦਾ, ਤੇ 14-15 ਦੇ ਵਿੱਚ 4,639 ਤੇ 19,455 ਕਰੋੜ ਦਾ ਸੀਗਾ। ਹੁਣ ਅੱਗੇ ਜਦੋਂ ਬਾਅਦ 'ਚ ਆ ਗਏ 15, 16, 17, 18 ਇਹ ਜਦੋਂ ਇਹ ਆ ਗਏ, ਤੇ ਇਹ ਤੇ ਤੁਸੀਂ ਦੇਖੋ ਵੀ ਕੋਈ ਹਿਸਾਬ ਹੀ ਨਹੀਂ ਰਿਹਾ ਇਹਨਾਂ ਦਾ। 15-16 ਦੇ ਵਿੱਚ 16,409 ਕਰੋੜ ਦਾ ਫਰਾਡ, 16-17 ਦੇ ਵਿੱਚ 16,652 ਕਰੋੜ ਦਾ ਫਰਾਡ। ਇਹਨਾਂ ਦੇ ਸਰਕਾਰ ਦੇ ਆਪਣੇ ਇਹ ਜਿਹੜੇ ਹੈਗੇ ਨਾ ਦੂਸਰੇ ਦਿੱਤੇ ਗਏ ਆ, ਸਿੱਧਾ ਕੋਈ ਜਮਾਈ ਆ, ਕੋਈ ਭਾਈ ਆ, 7/8/2018 ਨੂੰ ਰਾਜ ਸਭਾ ਦੇ ਵਿੱਚ ਰਿਟਨ ਸਟੇਟਮੈਂਟ ਹੈ ਫਾਈਨੈਂਸ ਮਿਨਿਸਟਰ ਦੀ, ਸਟੇਟ ਫਾਈਨੈਂਸ ਮਿਨਿਸਟਰ ਦੀ, ਕਿ 15-16 ਦੇ ਵਿੱਚ 16,409 ਕਰੋੜ ਦੇ ਰੁਪਏ ਦੇ ਫਰਾਡ ਹੋਏ ਆ, 16-17 ਦੇ ਵਿੱਚ 16,652 ਕਰੋੜ ਦੇ ਹੋਏ ਆ, 17-18 ਦੇ ਵਿੱਚ 36,994 ਕਰੋੜ ਦੇ ਫਰਾਡ ਹੋਏ ਆ। ਇਹ ਟੋਟਲ 3 ਸਾਲਾਂ ਦੇ ਵਿੱਚ ਹੀ 69,755 ਕਰੋੜ ਦੇ ਫਰਾਡ ਹੋਏ ਆ। ਸੋ ਇਹ ਜਿਹੜੇ ਫਰਾਡ ਹੈਗੇ ਆ, ਇਹ ਵੀ ਤਾਂ ਪੈਸਾ ਗਿਆ। ਇਹ ਤੁਸੀਂ ਖੰਗਾਲੋ ਵੀ ਕਿੱਥੋਂ ਕਿੰਨੇ ਫਰਾਡ ਕੀਤੇ, ਕਿੱਥੇ ਗਏ ਹੋ। ਬਥੇਰੇ ਕੋਈ ਪੈਮਾਨਾ ਹੋ ਗਿਆ, ਕੋਈ ਕੋਲ ਹੋ ਗਿਆ, ਕੋਈ ਚਾਰਾ ਹੋ ਗਿਆ, ਬਥੇਰੇ ਘੁਟਾਲੇ ਆ। ਪੌਲ ਸਾਹਿਬ ਜਿੰਨੇ ਚਰਚਾ ਕਰੀ ਉਹਨੇ ਥੋੜੇ ਸਾਰੇ ਲੁੱਟਦੇ ਪਏ ਆ। ਪਰ ਹੁਣ ਜਿਹੜਾ ਹਾਲ ਹੋ ਰਹੇ ਨੇ ਸਾਡੇ ਦੇਸ਼ ਦੇ ਕਿ ਆਪਣੇ ਨਿੱਜੀ ਕਰੀਬੀ, ਆਪਣੇ ਦੋਸਤਾਂ ਨੂੰ, ਮਿੱਤਰਾਂ ਨੂੰ ਫਾਇਦਾ ਦੇਣ ਦੇ ਲਈ ਅਸੀਂ ਪੂਰਾ ਦੇਸ਼ ਨੂੰ ਅੱਗ ਲਾਉਣ ਲੱਗੇ। ਦੇਖੋ, ਇਹ ਸਰਦਾਰ ਮਨਮੋਹਨ ਸਿੰਘ ਹੋਣੀ ਜਿਨ੍ਹਾਂ ਨੇ ਲਾਗੂ ਕੀਤਾ ਸੀਗਾ ਇਹ 1990 ਦੇ ਵਿੱਚ ਪ੍ਰਾਈਵੇਟਾਈਜੇਸ਼ਨ, LPG ਨੂੰ ਆਪਾਂ ਕਹਿ ਸਕਦੇ ਟੋਟਲ, ਉਹ ਚੰਡੀਗੜ੍ਹ ਦੇ ਵਿੱਚ ਆਪਣੇ ਆਏ ਸਨ 8 ਦਸੰਬਰ 2016 ਨੂੰ। ਕ੍ਰਿਡ ਇੱਥੇ ਇੰਸਟੀਚਿਊਟ ਹੈਗਾ, ਉੱਥੇ ਉਹਨਾਂ ਨੇ ਇੱਕ ਸਪੀਚ ਦਿੱਤੀ ਸੀ ਆਪਣੀ। ਉਹਦੇ ਵਿੱਚ ਉਹਨਾਂ ਨੇ ਐਡਮਿਟ ਕੀਤਾ ਵੀ ਇਹ ਜਿਹੜੀ ਨਿਊ ਇਕਨੋਮਿਕ ਪਾਲਿਸੀ ਲਾਗੂ ਕੀਤੀ ਗਈ ਸੀ, ਇਹਦਾ ਫਾਇਦਾ ਜਿਹੜਾ ਹੈਗਾ ਉਹ ਕੁਝ ਲੋਕਾਂ ਨੂੰ ਹੋਇਆ, ਤੇ ਆਮ ਜਿਹੜੇ ਲੋਕ ਹੈਗੇ ਆ
SC BC OBC ਔਰ ਹੋਰ ਜਿਹੜੀ ਮਾਰਜਨਲ ਲਾਈਨ ਦੇ ਉੱਤੇ ਲੋਕੀ ਚੱਲੇ ਆ, ਉਹਨਾਂ ਨੂੰ ਇਹਦਾ ਫਾਇਦਾ ਨਹੀਂ ਹੋਇਆ, ਮੁੱਠੀ ਪਰ ਲੋਕਾਂ ਨੂੰ ਫਾਇਦਾ ਹੋਇਆ ਇਹਦਾ। ਉਹਨਾਂ ਨੇ ਮੰਨਿਆ ਇਸ ਚੀਜ਼ ਨੂੰ, ਮੰਨ ਲਿਆ ਉਹਨਾਂ ਨੇ। ਪੌਲ ਸਾਹਿਬ, ਇੱਕ ਹੁਣ ਜ਼ਿਆਦਾ ਸਮਾਂ ਆਪਣੇ ਕੋਲ ਨਹੀਂ, ਬਹੁਤ ਸਾਰੀ ਤੁਹਾਡੇ ਕੋਲ ਡਿਟੇਲ ਵੀ ਹੈਗੀ ਆ ਕਿ ਹੱਲ ਕੀ ਹੈ, ਫਿਰ ਹੱਲ ਵੱਲ ਜਾਈਏ ਆਪਾਂ। ਤੁਹਾਨੂੰ ਕੀ ਲੱਗਦਾ ਕੀ ਹੱਲ ਹੈਗਾ, ਕਿਸ ਤਰੀਕੇ ਨਾਲ ਹੁਣ ਅਸੀਂ ਇਹਨੂੰ ਬਚਾ ਸਕਦੇ ਹਾਂ, ਜਾਂ ਇਹਦੇ ਲਈ ਸੰਘਰਸ਼ ਜਿਹੜਾ ਤੁਸੀਂ ਵੀ ਲੜ ਰਹੇ ਹੋ ਕਿਸ ਤਰੀਕੇ ਨਾਲ ਚੱਲ? ਦੇਖੋ, ਸਾਡਾ ਤੇ ਜਿਹੜਾ ਡਾਕਟਰ BR ਅੰਬੇਡਕਰ ਸੰਘਰਸ਼ ਮੋਰਚਾ ਹੈ, ਸਾਡਾ ਤੇ ਬਹੁਤ ਵੱਡਾ ਇਹੋ ਇੱਕ ਮੁੱਦਾ ਹੈ ਵੀ ਅਸੀਂ ਪ੍ਰਾਈਵੇਟਾਈਜੇਸ਼ਨ ਜਿਹੜੀ ਹੈ ਇਹਨੂੰ ਅਸੀਂ ਇਹਦੇ ਖਿਲਾਫ ਮੋਰਚਾ ਖੋਲਾਂਗੇ ਔਰ ਇਹਨੂੰ ਚਲਾਵਾਂਗੇ, ਕਿਉਂਕਿ ਇਹਦੇ ਨਾਲ ਆਮ ਜਨਤਾ ਜਿਹੜੀ ਹੈ, ਜਿਹੜੇ ਸਾਡੇ ਬੱਚੇ ਅਨਐਮਪਲਾਈਡ ਹੈਗੇ ਆ, ਉਹ ਦੇਖੇ ਨਹੀਂ ਜਾਂਦੇ। ਜਿਹੜਾ ਇੱਕ BTech ਕਰਕੇ MTech ਕਰਕੇ ਉਹ 10-10 12-12 ਹਜ਼ਾਰ ਦੇ ਉੱਤੇ ਇਹਨਾਂ ਪ੍ਰਾਈਵੇਟ ਹਾਊਸਿਸ ਨੇ ਰੱਖੇ ਆ, ਜਿਹੜੇ ਉਹਨਾਂ ਨੂੰ ਦੇਖ ਕੇ ਪਲਾਈਟ ਤੇ ਉਹਨਾਂ ਦੇ ਉੱਤੇ ਤਰਸ ਆਉਂਦਾ। ਸੋ ਜਿੰਨੀ ਦੇਰ ਤੱਕ ਅਸੀਂ ਇਹ ਪ੍ਰਾਈਵੇਟਾਈਜੇਸ਼ਨ ਨੂੰ ਬੰਦ ਨਹੀਂ ਕਰਦੇ, ਸਰਕਾਰੀ ਨੌਕਰੀਆਂ ਦਾ ਦਰਵਾਜ਼ਾ ਨਹੀਂ ਖੋਲ੍ਹਦੇ, ਉਨੀ ਦੇਰ ਤੱਕ ਸਾਡੇ ਦੇਸ਼ ਦਾ ਜਿਹੜਾ ਭਲਾ ਹੋਣ ਵਾਲਾ ਨਹੀਂ ਹੈ। ਠੀਕ ਹੈ, ਤੁਸੀਂ ਕਹਿੰਦੇ ਹੋ ਕਿ ਤਾਂ ਚਲੋ ਪੜ੍ਹੇ ਹੋਏ ਆਪਾਂ ਵਰਗ ਦੀ ਗੱਲ ਕਰਦੇ ਹਾਂ, ਬੱਚੇ ਦੀ ਗੱਲ ਕਰਦੇ ਹਾਂ, ਕੁਝ ਐਸੇ ਬੰਦੇ ਜਿਹੜੇ ਵਿਚਾਰੇ ਬਿਲਕੁਲ 4th ਕਲਾਸ 'ਤੇ ਆ ਜਾਂਦੇ ਆ, ਜਿਹੜੇ ਝਾੜੂ ਲਾਉਣ ਵਾਲੇ ਸਾਡੇ ਸਮਾਜ ਸੇਵੀ ਨੇ, ਜਿਹੜੇ ਝਾੜੂ ਲਾਉਣ ਵਾਲੇ ਸਾਡੇ ਸੇਵਕ ਨੇ, ਉਹਨਾਂ ਉੱਤੇ ਵੀ ਜਿਹੜਾ ਪ੍ਰਾਈਵੇਟ ਕਰਨ ਦਾ ਜਿਹੜਾ ਜ਼ੋਰ ਚੱਲ ਰਿਹਾ। ਦੇਖੋ, ਸਭ ਤੋਂ ਵੱਡੀ ਜਿਹੜੀ ਸਭ ਤੋਂ ਪਹਿਲਾਂ ਗਾਜ਼ ਜਿਹੜੀ ਪਈ ਹੈ, ਸਭ ਤੋਂ ਪਹਿਲੀ ਜਿਹੜੀ ਇਹਦਾ ਬੈਡ ਇਫੈਕਟ ਜਿਹੜਾ ਹੋਇਆ ਪ੍ਰਾਈਵੇਟਾਈਜੇਸ਼ਨ ਦਾ, ਮੈਂ ਤਾਂ ਕਹਿੰਦਾ ਇਸ ਇਕਨੋਮੀ ਔਰ ਇਹਨਾਂ ਦੀ ਇਕਨੋਮੀ ਨੂੰ, ਇਸ ਨੂੰ ਲਾਗੂ ਕਰਨ ਵਾਲਿਆਂ ਦਾ, ਉਸ ਵੇਲੇ ਦਾ ਉਹਨਾਂ ਦੀ ਮਾਨਸਿਕਤਾ 'ਤੇ ਆਉਂਦਾ, ਉਹ ਸਭ ਤੋਂ ਪਹਿਲਾਂ ਜਿਹੜੇ ਵਿਚਾਰੇ ਗਰੀਬ ਸਫਾਈ ਸੇਵਕ ਸੀਗੇ ਉਹਨਾਂ ਦੇ ਉੱਤੇ ਆਇਆ। ਉਹ 35 ਹਜ਼ਾਰ ਰੁਪਇਆ ਤਨਖਾਹ ਲੈਂਦੇ ਸੀ, ਉੱਥੇ ਕੰਟਰੈਕਟ ਸਿਸਟਮ ਲਾਗੂ ਕਰਕੇ ਉਹ 3 ਹਜ਼ਾਰ ਦੇ ਉੱਤੇ ਲੈ ਆਉਂਦਾ। ਤਾਂ ਸਭ ਤੋਂ ਜ਼ਿਆਦਾ ਨੁਕਸਾਨ ਇਕਨੋਮਿਕਲੀ, ਫਾਈਨੈਂਸ਼ੀਅਲੀ, ਸੋਸ਼ਲੀ ਇਹ ਉਹ ਗਰੀਬ ਜਨਤਾ ਦੇ ਉੱਤੇ ਹੋਇਆ, ਜਿਹੜੇ ਕਿ ਸਾਡੇ ਸਫਾਈ ਕਰਦੇ ਆ। ਉਹ ਸਫਾਈ ਕਰਦੇ ਆ ਜਿੱਦਾਂ ਸਰਹੱਦ ਦੇ ਉੱਤੇ ਜਾ ਕੇ ਲੜਦੇ ਨਾ ਸਾਡੇ ਸ਼ਹੀਦ ਜਿਹੜੇ ਫੌਜੀ ਲੜਦੇ ਆ, ਉਹਦੇ ਨਾਲੋਂ ਜ਼ਿਆਦਾ ਕੰਮ ਇਹਨਾਂ ਦਾ ਵੀ ਹੈਗਾ। ਇਹ ਸਾਡੀ ਸਫਾਈ ਦੇ ਵਿੱਚ ਬਿਮਾਰੀਆਂ ਤੋਂ ਸਾਨੂੰ ਬਚਾਉਂਦੇ ਆ। ਇਹ ਵੀ ਇੱਕ ਸੰਘਰਸ਼ ਹੈ, ਇਹ ਵੀ ਇੱਕ ਲੜਾਈ ਹੈ। ਜੇ ਲੜਾਈ ਬਿਲਕੁਲ ਆਪਾਂ ਕਹਿ ਦਈਏ ਕਿ ਥੱਲੇ ਉਹਨਾਂ ਨੇ ਜਿਹੜਾ ਇਹਨੂੰ ਪਹਿਲਾਂ ਖੰਗਾਲਣਾ ਸ਼ੁਰੂ ਕੀਤਾ, ਜਾ ਕੇ ਵੱਢਣਾ ਸ਼ੁਰੂ ਕੀਤਾ, ਤੇ ਹੁਣ ਉੱਪਰ ਤੱਕ ਸਾਰਿਆਂ ਨੂੰ ਵੱਢ ਦਿੱਤਾ ਹੈ, ਸਾਰਿਆਂ ਨੂੰ ਉੱਪਰ ਤੱਕ ਵੱਢ ਰਹੇ। ਸੋ ਕੀ ਜਿਹੜੀ ਹੈ ਜਨਤਾ ਨੂੰ ਤੁਸੀਂ ਅਪੀਲ ਕਰੋਗੇ, ਕਿਉਂਕਿ ਬਹੁਤ ਸਾਰੀ ਰਿਸਰਚ? ਤਾਂ ਮੈਂ ਤਾਂ ਅਪੀਲ ਇਹੀ ਕਰਾਂਗਾ ਕਿ ਸਾਰੀ ਜਨਤਾ ਇਕਜੁੱਟ ਹੋ ਕੇ ਵਿਦਆਊਟ ਕੰਸੀਡਰੇਸ਼ਨ ਆਫ ਐਨੀ ਲਵੀ ਇਹ ਕੌਣ ਹੈ ਉਹ ਕੌਣ ਹੈ, ਇਹ ਪ੍ਰਾਈਵੇਟਾਈਜੇਸ਼ਨ ਦੇ ਖਿਲਾਫ ਉੱਠੋ, ਸੰਘਰਸ਼ ਕਰੋ ਔਰ ਸਰਕਾਰ ਨੂੰ ਕੰਪੈਲ ਹੋ ਜਾਏ ਸਰਕਾਰ ਵੀ ਅਸੀਂ ਇਹ ਜਿਹੜੀ ਹੈ ਕੰਮ ਜਿਹੜਾ ਹੈਗਾ ਇਹ ਗਲਤ ਹੈ। ਅਸੀਂ ਸਰਕਾਰ ਦਾ ਕੰਮ ਜਿਹੜਾ ਸੋਸ਼ਲ ਵੈਲਫੇਅਰ ਦਾ ਕੰਮ ਹੈਗਾ, ਨਾ ਕਿ ਉਹਨਾਂ ਦਾ ਇੱਕ ਕਾਰਪੋਰੇਟ ਹਾਊਸ ਬਣਨ ਦਾ ਕੰਮ ਹੈਗਾ। ਸੋ ਇਸ ਕਰਕੇ ਸਰਕਾਰ ਇੱਕ ਵੈਲਫੇਅਰ ਸਟੇਟ ਬਣੇ, ਨਾ ਕਿ ਇੱਕ ਕਾਰਪੋਰੇਟ ਹਾਊਸ ਬਣੇ। ਬਿਲਕੁਲ ਜੀ, ਥੈਂਕ ਯੂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਜ਼ਿਆਦਾ ਸ਼ੁਕਰੀਆ। ਕੋਈ ਬੜੀ ਡਿਟੇਲ ਨਾਲ ਤੁਸੀਂ ਜਿਹੜੀ ਅੱਜ ਗੱਲ ਕੀਤੀ, ਦਰਸ਼ਕਾਂ ਨਾਲ ਪੂਰੀਆਂ ਡਿਟੇਲਾਂ ਤੁਹਾਡੇ ਕੋਲ ਸੀਗੀਆਂ, ਇਸ ਨੇ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ, ਥੈਂਕ ਯੂ ਵੈਰੀ ਮਚ। ਸੋ ਇਹ ਸਨ ਸਾਡੇ ਨਾਲ DR ਪੌਲ ਸਾਹਿਬ, ਜਿਹੜੇ ਕਿ ਜਨਰਲ ਸੈਕਟਰੀ ਵੀ ਨੇ ਸੰਯੁਕਤ ਸੰਘਰਸ਼ ਮੋਰਚੇ ਦੇ, ਜਿਹੜਾ ਕਿ ਇਹਨਾਂ ਪ੍ਰਾਈਵੇਟਕਰਨ ਖਿਲਾਫ ਜਿਹੜਾ ਲੜਾਈ ਲੜ ਰਿਹਾ ਲੰਬੇ ਸਮੇਂ ਤੋਂ। ਇਹਨਾਂ ਕੋਲ ਜਿਹੜੇ ਨੇ ਇੱਕ ਡਾਕੂਮੈਂਟ ਨੇ ਜਿਹਦਾ ਉੱਤੇ ਚਰਚਾ ਕਰਦੇ ਰਹਿੰਦੇ ਨੇ, ਤੇ ਸੰਘਰਸ਼ ਉਲੀਕਿਆ ਹੋਇਆ ਤਾਂ ਜੋ ਆਮ ਲੋਕ, ਜਿਹੜੇ ਗਰੀਬ ਲੋਕ ਨੇ, ਉਹਨਾਂ ਨੂੰ ਥੋੜ੍ਹੀ ਜਿਹੀ ਰਾਹਤ ਮਿਲ ਸਕੇ, ਕਿਉਂਕਿ ਅਮੀਰ ਦਿਨ ਬ ਦਿਨ ਅਮੀਰ ਹੁੰਦਾ ਜਾ ਰਿਹਾ, ਗਰੀਬ ਦਿਨ ਬ ਦਿਨ ਗਰੀਬ ਹੁੰਦਾ ਜਾ ਰਿਹਾ। ਇਹ ਸੱਚਾਈ ਹੈ, ਸਾਡੇ ਦੇਸ਼ ਦੀ ਹੈ। ਮੁੱਠੀ ਭਰ ਜਿਹੜੇ ਲੋਕ ਨੇ, ਜਿਵੇਂ ਪੌਲ ਸਾਹਿਬ ਨੇ ਦੱਸਿਆ ਸੀ ਕਿ 1% ਲੋਕ ਨੇ ਜਿਹੜੇ ਉਹ 73% ਸਾਡੇ ਦੇਸ਼ ਦਾ ਖਾਂਦੇ ਨੇ, ਜਦ ਕਿ ਅਸੀਂ ਜਿਹੜੇ 99% ਆ ਉਹ ਕੇਵਲ ਕੁਝ % ਦੇ ਉੱਤੇ ਹੀ ਰਹਿ ਗਏ ਆ, ਜਿਹੜੀਆਂ ਸਾਡੀਆਂ ਸਰਕਾਰਾਂ ਨੇ ਇਸ ਸਮੇਂ ਸਾਨੂੰ ਬਣਾ ਕੇ ਰੱਖ ਦਿੱਤਾ ਆ। ਸਾਡੀ ਕੋਸ਼ਿਸ਼ ਇਹ ਸੀ ਕਿ ਸੱਚ ਤੁਹਾਡੇ ਅੱਗੇ ਲਾਈਏ, ਸੱਚ ਹੁਣ ਤੁਹਾਡੇ ਅੱਗੇ ਆ, ਤੇ ਤੁਸੀਂ ਖੁਦ ਆਪਣਾ ਫੈਸਲਾ ਕਰ ਸਕਦੇ ਹੋ ਕਿ ਕੀ ਐਕਸ਼ਨ ਤੁਹਾਨੂੰ ਲੈਣਾ ਚਾਹੀਦਾ ਆ। ਸੋ ਦੇਖਦੇ ਰਹੋ TV ਪੰਜਾਬ, ਮੈਂ ਤੁਹਾਡਾ ਜਸਪ੍ਰੀਤ ਸਿੰਘ ਆਸ਼ਕ।